ਆਪਾਂ ਅੱਜ ਕਬੀਰ ਸਾਹਿਬ ਦੀ ਬਾਣੀ ਜਿਹੜੀ ਹੈਗੀ ਆ ਮਾਰੂ ਰਾਗ ਦੇ ਵਿੱਚ ਜਿਹੜੀ ਲੈ ਰਹੇ ਸੀਗੇ, ਉਹਦਾ ਚੌਥਾ ਸ਼ਬਦ ਲੈ ਰਹੇ ਹਾਂ ਜੀ। ਅੰਗ 1103 1104। ਇਹਦੇ ਵਿੱਚ ਕਬੀਰ ਜੀ ਜਿਹੜੇ ਹੈਗੇ ਆ, ਆਪਾਂ ਨੂੰ ਦੱਸ ਰਹੇ ਭਾਈ ਆਪਾਂ ਨੇ ਪਰਮਾਤਮਾ ਦੇ ਨਾਲ ਕਿਵੇਂ ਮਿਲਣਾ ਹੈ। ਪਰਮਾਤਮਾ ਦੇ ਨਾਲ ਪਰਮਾਤਮਾ ਕੀ ਹੈਗਾ। ਜਿਹੜਾ ਸਰੀਰ ਤੋਂ ਬਾਅਦ ਜਿਹੜਾ ਹੈਗਾ ਆਪਾਂ ਧਿਆਨ ਸਿਮਰਨ ਕਰਦੇ ਹਾਂ, ਅਤੇ ਉਸ ਤੋਂ ਬਾਅਦ ਕੀ ਹੋਣਾ ਹੈ, ਇਹਦੇ ਬਾਰੇ ਜਿਹੜਾ ਹੈਗਾ ਕਬੀਰ ਜੀ ਆਪਾਂ ਨੂੰ ਗਿਆਨ ਦੇ ਰਹੇ ਆ। ਕੋਈ ਕੁਛ ਕਹਿੰਦਾ ਹੈ, ਕੋਈ ਕੁਛ ਕਹਿੰਦਾ ਹੈ, ਅਤੇ ਕਬੀਰ ਜੀ ਜਿਹੜੇ ਹੈਗੇ ਆਪਾਂ ਦੇਖੀਏ ਭਾਈ, ਜਿਨ੍ਹਾਂ ਨੇ ਸਰਟੀਫਾਈਡ ਹੈਗੇ, ਜਿਹੜੇ ਇਹ ਜਿਨ੍ਹਾਂ ਨੇ ਗਿਆਨ ਜਿਹੜਾ ਹੈਗਾ ਸਭ ਤੋਂ ਸਾਰਿਆਂ ਨੂੰ ਜਿਹੜਾ ਹੈਗਾ ਸਾਰਿਆਂ ਦੇ ਉੱਤੇ ਲੀਕ ਮਾਰ ਦੇਣੀ ਇਹਨਾਂ ਨੇ। ਜਿਹੜੇ ਸੱਚ ਹੈਗੇ ਉਹ ਸੱਚ ਨਿਬੜ ਜਾਣਗੇ, ਜਿਹੜੇ ਝੂਠ ਹੈਗੇ ਉਹ ਪਾਸੇ ਹੋ ਜਾਣਗੇ। ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵੇਂਗੇ। ਉਦਕ ਕਹਿੰਦੇ ਪਾਣੀ ਨੂੰ, ਸਲਲ ਕਹਿੰਦੇ ਆ ਪਾਣੀ ਨੂੰ, ਸਮੁੰਦਰ। ਉਦਕ ਸਮੁੰਦ ਸਲਲ ਕੀ ਸਾਖਿਆ। ਸਾਖਿਆ ਮਤਲਬ ਸਿੱਖਿਆ ਕਹਿ ਲਓ, ਜਾਂ ਕਹਿ ਲਓ ਬਈ ਸਿਮਿਲਰਿਟੀ। ਜਿਵੇਂ ਜਿਹੜਾ ਹੈਗਾ ਕੋਈ ਪਾਣੀ ਜਿਹੜਾ ਹੈਗਾ, ਉਦਕ ਕਹਿੰਦੇ ਪਾਣੀ ਸਮੁੰਦਰ ਦੇ ਵਿੱਚ, ਸਮੁੰਦਰ ਦੇ ਸਲਲ ਦੇ ਵਿੱਚ ਜਾ ਕੇ, ਸਮੁੰਦਰ ਦੀਆਂ ਲਹਿਰਾਂ, ਸਮੁੰਦਰ ਦੇ ਵਿੱਚ ਪਾਣੀ, ਜਿਵੇਂ ਕੋਈ ਬਾਹਰਲਾ ਪਾਣੀ, ਨਦੀ ਦਾ ਪਾਣੀ, ਹੋਰ ਜਿਹੜਾ ਪਾਣੀ ਸਮੁੰਦਰ ਦੇ ਵਿੱਚ ਜਿਹੜਾ ਸਮਾ ਜਾਂਦਾ ਹੈ। ਨਦੀ ਤਰੰਗ ਸਮਾਵੇਂਗੇ। ਜਿਵੇਂ ਨਦੀ ਜਿਹੜੀ ਹੈਗੀ ਤਰੰਗਾਂ ਉੱਡਦੀਆਂ, ਉਹ ਨਦੀ ਦੇ ਵਿੱਚ ਹੀ ਸਮਾ ਜਾਂਦੀਆਂ। ਨਦੀ ਜਿਹੜੀ ਸਮੁੰਦਰ ਦੇ ਵਿੱਚ ਸਮਾ ਜਾਂਦੀ ਹੈ। ਇਸ ਤਰੀਕੇ ਦੇ ਨਾਲ ਕਬੀਰ ਜੀ ਕਹਿੰਦੇ ਆ ਬਈ ਮੈਂ ਇਸ ਤਰੀਕੇ ਦੇ ਨਾਲ ਉਸ ਪਰਮਾਤਮਾ ਰੂਪ ਸਮੁੰਦਰ ਦੇ ਵਿੱਚ ਸਮਾ ਜਾਊਂਗਾ। ਉਦਕ ਪਰਮਾਤਮਾ ਸਮੁੰਦਰ ਹੈਗਾ, ਇਸ ਤਰ੍ਹਾਂ ਜਿਹੜਾ ਹੈਗਾ ਮੈਂ ਉਸ ਮਾਲਕ ਪਰਮਾਤਮਾ ਦੇ ਵਿੱਚ ਸਮਾ ਜਾਊਂਗਾ। ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵੇਂਗੇ। ਇੱਥੇ ਜਿਹੜਾ ਸਮਾਵੇਗੇ ਮਤਲਬ ਜਿਹੜਾ ਹੈਗਾ ਬਿੰਦੀ ਕੋਈ ਨਹੀਂ ਲੱਗੀ ਹੋਈ। ਇਹ ਬਿੰਦੀਆਂ ਜਿਹੜੀਆਂ ਹੈਗੀਆਂ ਇਹ ਆਪਣੇ ਆਪ ਲੱਗਣਗੀਆਂ ਭਾਈ, ਆਪਣੇ ਆਪ ਲੱਗਣਗੀਆਂ ਬਿੰਦੀਆਂ। ਕਿਉਂਕਿ ਜਿੱਥੇ ਆਖਾਂ, ਉਹ ਆਖਾ ਨਹੀਂ ਪੜ੍ਹਨਾ, ਉੱਥੇ ਜੀਵਾ ਨਹੀਂ ਪੜ੍ਹਨਾ, ਭਾਵਾ ਨਹੀਂ ਪੜ੍ਹਨਾ। ਉੱਥੇ ਮੈਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਅੱਜ ਇਹ ਗੱਲ ਦੱਸੀ ਸੀਗੀ ਕਿ ਬਈ ਇਹ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਜਿਹੜਾ ਹੈਗਾ ਜਦ ਇਹਦਾ ਗੁਰਬਾਣੀ ਦਾ ਸਰੂਪ ਲੈ ਕੇ ਆਏ, ਅਤੇ ਕਹਿੰਦੇ ਜੀ ਬਿੰਦੀਆਂ ਘੱਟ ਗਈਆਂ। ਬਿੰਦੀਆਂ ਜਿਹੜੀਆਂ ਹੈਗੀਆਂ, ਪਹਿਲਾਂ ਜਿਹੜਾ ਹੈਗਾ ਬਿੰਦਾ ਜਿਹੜਾ ਸੀਗਾ, ਗੁਰਬਾਣੀ ਦੀ ਭਾਸ਼ਾ ਐਸੀ ਸੀਗੀ ਕਿ ਬਿੰਦਾ ਜਿਹੜਾ ਸੀ ਕੰਨੇ ਦਾ ਕੰਮ ਕਰਦਾ ਸੀਗਾ, ਕੰਨਾ ਨਹੀਂ ਲੱਗਦਾ ਸੀਗਾ। ਅਤੇ ਕੰਨਾਂ ਅਤੇ ਬਿੰਦੀਆਂ, ਕੰਨੇ ਦੀਆਂ ਬਿੰਦੀਆਂ ਅਤੇ ਦੂਜੀਆਂ ਬਿੰਦੀਆਂ, ਉਹ ਸਾਰੀਆਂ ਜਿਹੜੀਆਂ ਹੈਗੀਆਂ, ਉਹ ਕਹਿੰਦੇ ਜੀ ਬਿੰਦੀਆਂ ਜਿਹੜੀਆਂ ਹੈਗੀਆਂ ਘੱਟ ਗਈਆਂ। ਮਹਾਰਾਜ ਕਹਿੰਦੇ ਕਿ ਮੇਰੇ ਸਿੱਖ ਜਿਹੜੇ ਹੈਗੇ ਜਦ ਇਹਦੀ ਵਿਚਾਰ ਕਰਨਗੇ ਗੁਰਬਾਣੀ ਦੀ, ਅਤੇ ਆਪਣੇ ਆਪ ਜਿਹੜਾ ਹੈ ਉਹਨਾਂ ਦੇ ਅੰਦਰੋਂ ਬਿੰਦੀਆਂ ਉੱਠਣਗੀਆਂ, ਆਪਣੇ ਆਪ ਬਿੰਦੀਆਂ ਉੱਠਣਗੀਆਂ। ਜਿਹੜੇ ਵਿਚਾਰਨਗੇ ਬਿੰਦੀਆਂ ਉੱਠਣਗੀਆਂ। ਪਰ ਐਸੇ ਵੀ ਹੈਗੇ ਭਾਈ ਕਹਿੰਦੇ ਜੀ ਜਿਸ ਤਰ੍ਹਾਂ ਲਿਖਿਆ ਹੋਇਆ ਹੈ ਬਸ ਆਖਾ ਹੀ ਪੜ੍ਹਨਾ ਹੈ, ਹੱਥੀਂ ਪਾਵਾ ਹੀ ਪੜ੍ਹਨਾ ਹੈ ਭਾਈ। ਠੀਕ ਹੈ, ਮੁਬਾਰਕ ਹੈ ਭਾਈ। ਆਪਾਂ ਤਾਂ ਕਿਸੇ ਦੇ ਨਾਲ ਕੋਈ ਸਾਡਾ ਲੇਖਾ ਜੋਖਾ, ਸਾਡੀ ਬਹਿਸ ਨਹੀਂ ਕਿਸੇ ਦੇ ਨਾਲ। ਜੋ ਮਾਲਕ ਉਹ ਆਪਾਂ ਤਾਂ ਜਿਸ ਤਰ੍ਹਾਂ ਮਾਲਕ, ਉਹਨਾਂ ਦੇ ਵਿੱਚ ਵੀ ਉਹੀ ਮਾਲਕ ਬੋਲ ਰਿਹਾ ਭਾਈ ਜਿਹੜਾ ਸਾਡੇ ਵਿੱਚ ਬੋਲ ਰਿਹਾ ਹੈ। ਅਸੀਂ ਕਿਵੇਂ ਕਹਿ ਸਕਦੇ ਹਾਂ ਉਹ ਗਲਤ ਹੈਗੇ? ਮਾਲਕ ਤਾਂ ਉਹੀ ਹੈਗਾ, ਅਸੀਂ ਤਾਂ ਮਾਲਕ ਨੂੰ ਹੀ ਗਲਤ ਕਰ ਦਾਂਗੇ ਫਿਰ। ਇਹ ਤਾਂ ਜਿਹੜਾ ਹੈਗਾ ਜੋ ਜਿਸ ਤਰ੍ਹਾਂ ਮਾਲਕ ਨੇ ਜਿਹਨੂੰ ਜਿੱਥੇ ਰੱਖਿਆ ਹੋਇਆ ਆ, ਬਸ ਆਪਾਂ ਕਹਿੰਦੇ ਵਾਹ ਵਾਹ ਮਾਲਕਾ, ਤੂੰ ਵਾਹ ਵਾਹ, ਤੂੰ ਹਨੇਰੇ ਦੇ ਵਿੱਚ ਵੀ ਤੂੰ ਹੀ ਹੈਗਾ ਆ, ਪ੍ਰਕਾਸ਼ ਦੇ ਵਿੱਚ ਵੀ ਤੂੰ ਹੀ ਹੈਗਾ ਆ, ਤੂੰ ਔਗੁਣਾਂ ਦੇ ਵਿੱਚ ਵੀ ਤੂੰ ਹੀ ਹੈਗਾ, ਗੁਣਾਂ ਦੇ ਵਿੱਚ ਵੀ ਤੂੰ ਹੀ ਹੈਗਾ ਮਾਲਕਾ, ਹਰ ਜਗ੍ਹਾ 'ਤੇ ਤੂੰ ਹੀ ਹੈਗਾ ਆ। ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵੇਂਗੇ।
ਸੁਨੈ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵੇਂਗੇ। ਕਹਿੰਦੇ ਸੁਨੈ ਸੁਨ, ਦੇਖ ਲਓ ਭਾਈ, ਸੁਨੈ ਸੁਨ, ਸੁਨ ਦੇ ਵਿੱਚ ਸੁਨ ਮਿਲ ਗਈ, ਸੁਨੈ ਸੁਨ ਮਿਲਿਆ ਸਮਦਰਸੀ। ਸਮਦਰਸੀ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਸਾਰਿਆਂ ਦੇ ਵਿੱਚ ਸਮਦਰਸ਼ੀ ਹੈਗਾ ਉਹ ਮਾਲਕ ਪਰਮਾਤਮਾ, ਸਮਾਨ ਰੂਪ ਦੇ ਵਿੱਚ। ਸੁਨੈ ਸੁਨ ਮਿਲਿਆ ਸਮਦਰਸ਼ੀ, ਉਹ ਮਾਲਕ ਪਰਮਾਤਮਾ ਸੁਨ ਹੈਗਾ, ਉਹਦੇ ਵਿੱਚ ਮਿਲ ਜਾਣਾ ਹੈ, ਸੁਨ ਦੇ ਵਿੱਚ। ਕਿਵੇਂ ਮਿਲ ਜਾਣਾ ਹੈ? ਕਹਿੰਦੇ ਪਵਨ ਰੂਪ ਹੋਏ ਜਾਵੇਂਗੇ। ਹੁਣ ਹਵਾ ਦਾ ਕੋਈ ਰੂਪ ਹੈਗਾ? ਦਿਸਦੀ ਹੈ ਹਵਾ ਆਪਾਂ ਨੂੰ, ਇੱਥੇ ਆਪਾਂ ਚਾਰ ਚੁਫੇਰੇ ਹਵਾ ਹੈਗੀ, ਕੋਈ ਰੂਪ ਦਿਸ ਰਿਹਾ ਹਵਾ ਦਾ? ਕੋਈ ਰੂਪ ਦੱਸ ਸਕਦਾ ਕੋਈ? ਬਈ ਹਵਾ ਦਾ ਕਿਹੜਾ ਰੂਪ ਹੈਗਾ ਭਾਈ ਦੱਸੋ? ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵੇਂਗੇ ਸੁਨਨੇ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋ ਜਾਵੇਂਗੇ ਬਹੁਰ ਹਮ ਕਾਹੇ ਆਵੇਂਗੇ। ਕਹਿੰਦੇ ਦੁਬਾਰਾ ਆਉਣ ਦੀ ਲੋੜ ਹੈ? ਜਿਹੜਾ ਇਨਸਾਨ ਜਿਹੜਾ ਹੈਗਾ ਆਖਾਰ ਤੋਂ ਉੱਪਰ ਉੱਠ ਗਿਆ, ਸਰੀਰ ਤੋਂ ਉੱਪਰ ਉੱਠ ਗਿਆ, ਸਮਦਰਸੀ ਹੋ ਗਿਆ, ਉਹ ਮਾਲਕ ਪਰਮਾਤਮਾ ਦੇ ਨਾਲ ਮਿਲ ਗਿਆ। ਜਿਉਂਦੇ ਜੀ ਮਿਲਣਾ ਹੈ ਭਾਈ, ਜਿਉਂਦੇ ਜੀ ਮਿਲਣਾ ਹੈ। ਸੁਨਨੇ ਸੁਨ ਜਿਉਂਦੇ ਜੀ ਹੋਣਾ ਹੈ। ਆਹੀ ਇਸੇ ਵਾਸਤੇ ਆ ਮਨੁੱਖਾ ਜੂਨ ਮਿਲੀ ਹੋਈ ਆ ਆਪਾਂ ਨੂੰ। ਆਵਨ ਜਾਣਾ ਬਹੁਰ ਹਮ ਕਾਹੇ ਆਵੇਂਗੇ। ਕਹਿੰਦੇ ਦੁਬਾਰਾ ਕਿਉਂ ਆਵਾਂਗੇ ਭਾਈ? ਆਵਨ ਜਾਣਾ ਹੁਕਮ ਤਿਸੇ ਕਾ ਹੁਕਮ ਹੈ ਬੁੱਝ ਸਮਾਵੇਂਗੇ। ਆਉਣਾ ਜਾਣਾ ਜਿਹੜਾ ਹੈ ਮਾਲਕ ਦਾ ਖੇਡ ਹੈ। ਮਾਲਕ ਖੇਡ ਕਰ ਰਿਹਾ ਹੈ, ਉਹਨੇ ਗੇਮ ਬਣਾਈ ਹੋਈ ਹੈ, ਮਾਲਕ ਦੇਖ ਰਿਹਾ ਇਸ ਗੇਮ ਨੂੰ। ਕਹਿੰਦੇ ਇਹ ਤਾਂ ਉਸ ਮਾਲਕ ਪਰਮਾਤਮਾ ਦਾ ਆਉਣਾ ਜਾਣਾ ਜਿਹੜਾ ਹੈਗਾ ਇਹ ਜਿਹੜਾ ਹੈਗਾ ਸਿਲਸਿਲਾ 84 ਲੱਖ ਜੂਨਾਂ ਦਾ ਜਿਹੜਾ ਸਿਲਸਿਲਾ ਹੈਗਾ, ਇਹ ਸਾਰਾ ਉਹਦੀ ਮਾਲਕ ਦੀ ਖੇਡ ਹੈ, ਮਾਲਕ ਦਾ ਹੁਕਮ ਹੈਗਾ। ਅਤੇ ਇਸ ਹੁਕਮ ਨੂੰ ਬੁੱਝ ਲਿਆ, ਇਸ ਹੁਕਮ ਨੂੰ ਬੁੱਝ ਕੇ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਵਿੱਚ ਸਮਾ ਜਾਵਾਂਗੇ। ਫਿਰ ਜਿਹਨੇ ਗੇਮ ਨੂੰ ਬੁੱਝ ਲਿਆ, ਜਿਹੜਾ ਗੇਮ ਨਹੀਂ ਖੇਡ ਰਿਹਾ, ਕਹਿੰਦਾ ਜਿਹਨੇ ਕਾਮ ਕ੍ਰੋਧ ਲੋਭ ਅਹੰਕਾਰ ਜਿਹੜੇ ਹੈਗੇ ਇਹ ਉਹਦੇ ਕਾਬੂ ਦੇ ਵਿੱਚ ਆ ਗਏ, ਉਹ ਕਿਉਂ ਆਊਗਾ ਦੁਬਾਰਾ ਭਾਈ? ਉਹ ਤਾਂ ਮੈਚ ਵਿਨਰ ਹੋ ਗਿਆ ਭਾਈ, ਉਹ ਤਾਂ ਪ੍ਰਵਾਨ ਹੋ ਗਿਆ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਭਾਵੇਂ ਦਰਗਹਿ ਮਾਨ ਪੰਚੇ ਸੋਹੇ ਦਰੇ ਰਾਜਾਨ। ਉਹ ਤਾਂ ਰਾਜਾ ਹੋ ਗਿਆ ਭਾਈ, ਮਾਲਕ ਦੇ ਨਾਲ ਸ਼ੋਭਾ ਪਾ ਰਿਹਾ ਉਹ। ਆਵਣ ਜਾਣਾ ਹੁਕਮ ਤਿਸੇ ਕਾ ਹੁਕਮੈ ਬੁੱਝ ਸਮਾਵੇਂਗੇ ਰਹਾਓ। ਹਾਂਜੀ ਗੁਰਕੀ ਸਾਹਿਬ। ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵੇਂਗੇ। ਉਦਕ ਕਹਿੰਦੇ ਪਾਣੀ ਨੂੰ, ਸਮੁੰਦਰ ਸਲਲ ਸਮੁੰਦਰ ਦਾ ਪਾਣੀ, ਦੋਨੋਂ ਮਿਲ ਗਏ। ਇਹ ਜਿਸ ਤਰ੍ਹਾਂ ਮਿਲੇ ਆ ਭਾਈ, ਇਹ ਜਿਹੜਾ ਹੈਗਾ ਕੰਪੈਰੀਜ਼ਨ ਕਰ ਰਹੇ, ਸਾਖਿਆ ਕਰ ਰਹੇ, ਸਿੱਖਿਆ ਦੇ ਰਹੇ ਆ। ਅਤੇ ਨਦੀ ਦੇ ਵਿੱਚ ਤਰੰਗ ਮਿਲ ਜਾਂਦੀ ਹੈ, ਨਦੀ ਜਿਹੜੀ ਹੈ ਜਾ ਕੇ ਸਮੁੰਦਰ 'ਚ ਮਿਲ ਜਾਂਦੀ ਹੈ। ਇਸ ਤਰੀਕੇ ਦੇ ਨਾਲ ਕਹਿੰਦੇ ਆ ਸਮਾ ਜਾਵਾਂਗੇ। ਸੁਨੈ ਸੁਨ ਮਿਲਿਆ ਸਮਦਰਸੀ, ਉਹ ਮਾਲਕ ਪਰਮਾਤਮਾ ਜਿਹੜਾ ਸੁਨ ਰੂਪ ਆ ਉਹਦੇ ਵਿੱਚ ਮਿਲ ਜਾਵਾਂਗੇ ਭਾਈ। ਸਰੀਰ ਆਕਾਰ ਪੰਜਾਂ ਤੱਤਾਂ ਦੀ ਰਚਨਾ ਤੋਂ ਉੱਪਰ ਉੱਠ ਜਾਵਾਂਗੇ। ਜਿਵੇਂ ਪਵਨ ਦਾ ਕੋਈ ਰੂਪ ਨਹੀਂ ਹੈ, ਐਵੇਂ ਹੀ ਜਿਹੜਾ ਹੈਗਾ ਆਪਾਂ ਵੀ ਉਸ ਨਿਰੰਕਾਰ ਦਾ ਕੋਈ ਰੂਪ ਨਹੀਂ ਹੈ, ਆਕਾਰ ਤੋਂ ਨਿਰੰਕਾਰ ਦੇ ਵਿੱਚ ਸਮਾ ਜਾਵਾਂਗੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਜਿਹੜਾ ਕਹਿ ਰਹੇ ਨਾ ਉਦਕ ਸਮੁੰਦ ਸਲਨ ਕੀ ਸਾਖਿਆ ਨਦੀ ਤਰੰਗ ਸਮਾਵੇਂਗੇ, ਇਹ ਤੁਰੀ ਅਵਸਥਾ ਦੀ ਗੱਲ ਕਰਦੇ ਨੇ। ਬਿਲਕੁਲ ਠੀਕ ਹੈ। ਜਾਗਰਤ, ਸਪਨ, ਸੁਖਾਪਤੀ ਤੇ ਤੁਰੀਆ। ਹੁਣ ਜਿਹੜੀ ਤੁਰੀ ਅਵਸਥਾ ਵਾ ਉਹ ਬੂੰਦ ਸਾਗਰ ਹੋ ਗਈ ਹੈ। ਜਾਗਰਤ ਅਵਸਥਾ 'ਚ ਆਪਾਂ ਹੈਗੇ ਹਾਂ ਵਿਚਾਰ ਮੰਡਲ 'ਚ। ਸਪਨ ਮੰਡਲ 'ਚ ਇਹ ਆ ਕਿ ਹੈਗੇ ਆਪਾਂ ਵੀ ਆ, ਪਰ ਆਪਣਾ ਜਿਹੜਾ ਕੁਝ ਹਿੱਸਾ ਸੌਂ ਗਿਆ, ਕੁਝ ਹਿੱਸਾ ਜਾਗ ਰਿਹਾ। ਜਾਗਰਤ 'ਚ ਕੀ ਹੈ? ਆਪਣਾ ਕੁਝ ਹਿੱਸਾ ਜਾਗ ਰਿਹਾ, ਕੁਝ ਹਿੱਸਾ ਸੌਂ ਰਿਹਾ। ਸਪਨ ਦੇ ਵਿੱਚ ਸਰੀਰ ਸੌਂ ਗਿਆ ਵਾ, ਮਨ ਹਜੇ ਵੀ ਆਪਣੇ ਸੰਸਾਰ ਦੇ ਵਿੱਚ ਉਲਝਿਆ। ਸੁਖਾਪਤੀ 'ਚ ਕੀ ਹੋਇਆ ਕਿ ਮਨ ਨੇ ਜਿਹੜਾ ਆਪਣਾ ਜੋ ਵੀ ਤਾਮ ਝਾਮ ਸੀ ਸਮੇਟਿਆ ਤੇ ਆਤਮਾ 'ਚ ਲੀਨ ਹੋ ਗਿਆ। ਮਨ ਉੱਥੇ ਮਤਲਬ ਮਨ ਜਿਹੜਾ ਅਚੇਤਨ ਅਵਸਥਾ 'ਚ ਚਲ ਗਿਆ। ਮਨ ਖਤਮ ਨਹੀਂ ਹੋਇਆ, ਨਹੀਂ ਚਿੱਤ ਖਤਮ ਹੋਇਆ। ਰੈਸਟ ਕਹਿ ਲਓ, ਰੈਸਟ ਦੇ ਵਿੱਚ ਚਲ ਗਿਆ। ਤੁਰੀਆ ਅਵਸਥਾ ਦੇ ਵਿੱਚ ਮਨ ਹੈਗਾ, ਬੁੱਧੀ ਹੈਗੀ, ਇੰਦਰੀਆਂ ਹੈਗੀਆਂ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਸਾਰਾ ਕੁਝ ਹੈਗਾ। ਆਤਮਾ ਵੀ ਹੈਗੀ ਹੈ, ਪ੍ਰਕਿਰਤੀ ਵੀ ਹੈਗੀ ਹੈ।
ਪੰਜੇ ਤੱਤ ਹੈਗੇ ਆ, ਧਰਤੀ, ਪਵਨ, ਪਾਣੀ, ਆਕਾਸ਼, ਅਗਨ, ਇਹ ਸਾਰੇ ਹੈਗੇ ਆ। ਇਹਦੇ ਬਾਵਜੂਦ ਵੀ ਜੋਗੀ ਨੇ ਕੀ ਕੀਤਾ ਕਿ ਸਾਰਿਆਂ ਨੂੰ ਰੋਕ ਦਿੱਤਾ। ਜੋਗੀ ਮਤਲਬ ਜਿਹੜਾ ਜੁੜ ਗਿਆ ਬ੍ਰਹਮ ਦੇ ਨਾਲ ਜੁੜ ਗਿਆ। ਬਿਲਕੁਲ। ਜਿਹੜੀ ਬੂੰਦ ਸਾਗਰ 'ਚ ਗਈ, ਸਾਗਰ ਦਾ ਰੂਪ ਹੋ ਗਈ ਆ, ਸਭ ਕੁਛ ਹੈਗਾ। ਇਹਦੇ ਬਾਵਜੂਦ ਵੀ ਉਹ ਵੇਖਿਆ ਨਹੀਂ ਤੇ ਰਾਮਾਨੰਦ ਜੀ ਤੁਕ ਸੁਣਾਉਣਾ, ਕਤ ਜਾਈਏ ਰੇ ਕਰ ਲਾਗੋ ਰਗ, ਮੇਰਾ ਚਿੱਤ ਨਾ ਚਲੇ ਮਨ ਪਇਓ ਪੰਗ। ਮਨ ਵੀ ਹੈਗਾ, ਚਿੱਤ ਵੀ ਹੈਗਾ ਤੇ ਹੈ, ਪਰ ਉਹ ਅਕੇਲੇ ਅਵਸਥਾ 'ਚ ਹੈਗੇ। ਸਾਧਨਾ ਦੀ ਮਦਦ ਦੁਆਰਾ ਧਿਆਨ ਸਿਮਰਨ ਕਰਕੇ ਸਾਧਕ ਇੱਕ ਐਸੀ ਅਵਸਥਾ ਤੇ ਪਹੁੰਚ ਜਾਂਦਾ ਹੈ ਜਿੱਥੇ ਬੂੰਦ ਸਾਗਰ ਹੋ ਜਾਂਦੀ। ਜਿੱਥੇ ਬਾਣੀ ਫੇਰ ਕਹਿੰਦੀ, ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਜਾਂ ਤੇ ਮੈਂ ਵਾਂ ਜਾਂ ਤੂੰ ਆ। ਸਾਡਾ ਹੋਣਾ ਹੀ ਸਾਡੀ ਹੋਂਦ ਆ। ਜਦੋਂ ਨਦੀ ਸਮੁੰਦਰ 'ਚ ਗਈ, ਸਮੁੰਦਰ ਦਾ ਹਿੱਸਾ ਹੋ। ਇੱਕ ਵਾਰੀ ਪਹਿਲਾਂ ਵੀ ਕਥਾ ਚੱਲੀ ਸੀ, ਕਹਿੰਦੇ ਕਿ ਆਤਮਾ ਕਿੱਦਾਂ ਦੀ ਆ, ਕਹਿੰਦੀ ਜਿੱਦਾਂ ਅਮਾਵਸ, ਇੱਕਦਮ ਕਾਲੀ ਰਾਤ, ਬਿਲਕੁਲ ਕਾਲੀ ਰਾਤ। ਉਸ ਤਰ੍ਹਾਂ ਦਾ ਉਹ ਜਿਹੜਾ ਮੰਡਲ ਹੈ ਸਾਡਾ, ਉੱਥੇ ਜਦੋਂ ਪ੍ਰਵੇਸ਼ ਹੁੰਦਾ ਹੈ, ਔਰ ਉੱਥੇ ਇਹ ਨਹੀਂ ਕਿ ਅਸੀਂ ਬੇਹੋਸ਼ ਹੈਗੇ ਹਾਂ। ਸੁਖਾਪਤੀ 'ਚ ਅਸੀਂ ਬੇਹੋਸ਼ ਹਾਂ, ਸਾਨੂੰ ਨਹੀਂ ਪਤਾ। ਜਦੋਂ ਆਪਾਂ ਸੁਖਾਪਤੀ ਜਾਂਦੇ ਹਾਂ ਤੇ ਆਪਣੇ ਆਪ ਨੂੰ ਭੁੱਲਣ ਦੇ ਸਾਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੁਪਨੇ ਦੇ ਵਿੱਚ ਤੁਹਾਨੂੰ ਕੋਈ ਸੁੱਖ ਨਹੀਂ ਮਿਲਦਾ। ਉਲਟਾ ਸੁਪਨੇ ਜ਼ਿਆਦਾ ਹੋਣ ਤੇ ਤੁਸੀਂ ਕਹੋਗੇ ਕਿ ਨੀਂਦ ਯਾਰ ਵਧੀਆ ਨਹੀਂ ਆਈ, ਬੜੇ ਸੁਪਨੇ ਆਏ। ਜਦੋਂ ਕੁਛ ਨਹੀਂ ਹੁੰਦਾ ਨਾ, ਉਦੋਂ ਹੀ ਤੁਹਾਨੂੰ ਸੁੱਖ ਮਿਲਦਾ। ਔਰ ਕੁਛ ਨਾ ਹੋਣ 'ਚ ਹੀ ਸੁੱਖ ਆ। ਕਿਉਂਕਿ ਜਦੋਂ ਬੂੰਦ ਸਾਗਰ 'ਚ ਗਈ, ਸਾਗਰ ਹੋ ਗਈ, ਫਿਰ ਹੀ ਸੁੱਖ ਆ। ਉਦਾਂ ਸੁੱਖ ਨਹੀਂ ਹੈਗਾ। ਇੱਥੇ ਉਹ ਗੱਲ ਕਰ ਰਹੇ ਨੇ, ਉਹ ਸਾਨੂੰ ਕਹਿ ਰਹੇ ਨੇ ਕਿ ਜਿੱਦਾਂ ਤਰੰਗ ਨਦੀ 'ਚ ਸਮਾ ਗਈ ਹੈ, ਜਿੱਦਾਂ ਸਮੁੰਦਰ ਦੇ ਵਿੱਚ ਪਾਣੀ ਦੀ ਬੂੰਦ ਗਈ, ਪਾਣੀ ਗਿਆ, ਉਹ ਸਮੁੰਦਰ ਦਾ ਰੂਪ ਹੋ ਗਿਆ। ਇਹ ਅਵਸਥਾ ਜਿਹੜੀ ਤੁਰੀਆ ਦੀ ਅਵਸਥਾ ਹੈ। ਤੁਰੀਆ ਅਵਸਥਾ ਨੂੰ ਤੁਸੀਂ ਖੁਦ ਅਨੁਭਵ ਕਰਦੇ ਜੋ ਧਿਆਨ ਸਿਮਰਨ ਦੇ ਦੁਆਰਾ। ਉਸ ਤੋਂ ਬਾਅਦ ਇੱਕ ਹੋਰ ਅਵਸਥਾ ਅੱਗੇ ਆਉਣੀ ਆ, ਉਹਨੂੰ ਕਹਿੰਦੇ ਅਤੁਰੀਆ। ਉਹਨੂੰ ਸਹਿਜ ਸਮਾਧੀ ਵੀ ਕਹਿ ਲੈਂਦੇ। ਸਾਧੂ ਸਹਿਜ ਸਮਾਧੀ ਬੜੀ, ਮਤਲਬ ਹੁਣ ਕੁਛ ਕਰਨ ਦੀ ਲੋੜ ਨਹੀਂ ਆ। ਧਿਆਨ ਸਿਮਰਨ ਇੱਕ ਵਿਧੀ ਆ, ਇੱਕ ਅਵਸਥਾ ਤੱਕ ਪਹੁੰਚਣ ਦਾ ਤਰੀਕਾ। ਉਸ ਤੋਂ ਅੱਗੇ ਇੱਕ ਸਮਾਧੀ ਮਿਲਦੀ ਹੈ, ਨਿਰਵਿਚਾਰ ਸਮਾਧੀ ਜਿਹਨੂੰ ਕਹਿ ਦਿੰਦੇ। ਨਿਰਵਿਚਾਰ ਸਮਾਧੀ ਤੋਂ ਵੀ ਅੱਗੇ ਜਾਣਾ ਹੈ, ਉਹਨੂੰ ਕਹਿੰਦੇ ਤੁਰੀਆ ਅਵਸਥਾ ਹੈ। ਹੁਣ ਕੁਛ ਵੀ ਕਰਨ ਦੀ ਲੋੜ ਨਹੀਂ, ਆਪਣੇ ਆਪ ਹੋ ਰਿਹਾ ਸਭ ਕੁਝ। ਉਹ ਇੱਕ ਤੁਹਾਡੇ ਮਨ ਦੀ ਇੱਕ ਐਸੀ ਸਥਿਤੀ ਆ ਜਿਹਦੇ ਵਿੱਚ ਸਭ ਕੁਝ ਹੈਗਾ ਹੈ, ਪਰ ਅਕਿਰਿਆ ਅਵਸਥਾ ਦੇ ਵਿੱਚ। ਆਪ ਜਸਟ ਸੋਚੋ ਕਿ ਟੀਵੀ ਚੱਲ ਰਿਹਾ ਹੈ, ਟੀਵੀ ਤੇ ਬੱਤੀ ਜਾ ਰਹੀ ਹੈ, ਪਰ ਉਹਦੀ ਸਕਰੀਨ ਜਿਹੜੀ ਉਹ ਬਲੈਕ ਆਊਟ ਹੋ ਗਈ ਹੈ। ਵਿਜੇ ਸਾਹਿਬ, ਹਾਂਜੀ ਬਿਲਕੁਲ। ਚਿੱਤ ਦੇ ਅੰਦਰ ਜਿਹੜੀਆਂ ਵ੍ਰਿਤੀਆਂ ਖਤਮ ਹੋ, ਵ੍ਰਿਤੀਆਂ ਦਾ ਖਤਮ ਹੋ ਜਾਣਾ ਮਤਲਬ ਇਹ ਕਿ ਇੱਛਾਵਾਂ, ਵਾਸਨਾਵਾਂ, ਕਾਮਨਾਵਾਂ, ਜਿਹੜੇ ਚਿੱਤਰ ਬਣਦੇ ਪਏ ਸੀ ਨਾ ਅੰਦਰ, ਜਿਹੜੀਆਂ ਪਿਕਚਰਾਂ ਬਣਦੀਆਂ ਸੀ, ਬੰਦ ਹੋ ਗਈਆਂ। ਇਹ ਚੀਜ਼ ਨੂੰ ਤੁਸੀਂ ਅਨੁਭਵ ਕਰੋਗੇ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਆਪਾਂ ਕੀ ਕਰ ਰਹੇ। ਹਾਂਜੀ ਨਜਰ ਸਾਹਿਬ, ਅਗਲੀ ਤੁਕ ਬੋਲੋ। ਹਾਂਜੀ, ਮੈਂ ਨਾ ਇਹ ਸ਼ਬਦ ਦੀ ਉਹ ਕਰ ਦਿੰਦਾ ਜੀ, ਫਿਰ ਦੋ ਤੁਕਾਂ ਇਕੱਠੀਆਂ ਬੋਲ ਜਾਣਾ ਪਲੀਜ਼। ਆਵਨ ਜਾਣਾ ਹੁਕਮ ਤੇ ਪਹਿਲਾ ਹੈਗਾ, ਬਹੁਰ ਹਮ ਕਾਹੇ ਆਵੇਂਗੇ। ਆਵਨ ਜਾਣਾ ਹੁਕਮ ਤਿਸੇ ਕਾ, ਹੁਕਮ ਹੈ ਬੁੱਝ ਸਮਾਵੇਂਗੇ। ਕਹਿੰਦੇ ਆਉਣ ਜਾਣਾ ਉਸ ਮਾਲਕ ਦਾ ਹੁਕਮ ਹੈਗਾ, ਹੁਕਮ ਨੂੰ ਬੁੱਝ ਕੇ ਹੀ ਇਸ ਅਵਸਥਾ ਦੇ ਵਿੱਚ ਸਮਾਇਆ ਜਾ ਸਕਦਾ ਹੈ। ਆਪਣਾ ਗੁਰੂ ਬ੍ਰਹਮ ਗਿਆਨੀ, ਆਪਣੇ ਉਸਤਾਦ, ਆਪਣੇ ਜਿਹੜੇ ਆ ਪਾਂਧੇ, ਆਪਣੇ ਟੀਚਰ, ਉਹ ਦੱਸਣਗੇ ਆਪਾਂ ਨੇ ਵੀ ਕਿਵੇਂ ਸਮਾਉਣਾ ਆ, ਕਿਵੇਂ ਜਿਹੜਾ ਹੈਗਾ ਕਾਰਨ ਸ਼ਰੀਰ ਜਿਹੜਾ ਹੈਗਾ ਇਹਨੂੰ ਆਪਾਂ ਨੇ ਨਸ਼ਟ ਕਰਨਾ ਹੈ, ਕਿਵੇਂ ਜਿਹੜਾ ਹੈਗਾ ਇਹ ਧਿਆਨ ਸਿਮਰਨ ਕਿਸ ਤਰ੍ਹਾਂ ਕਰਨਾ ਹੈ। ਇਹ ਵਿਚਾਰਾਂ ਦੇ ਦੁਆਰਾ ਕਾਰਨ ਸ਼ਰੀਰ ਬਣਿਆ ਹੈ। ਕਿਵੇਂ ਜਿਹੜੇ ਵਿਚਾਰ ਜਿਹੜੇ ਹੈਗੇ, ਇਹ ਜਿਹੜੀ ਆਪਣੇ ਹਾਰਡ ਡਰਾਈਵ ਜਿਹੜੀ ਹੈਗੀ, ਜਿਹੜੀਆਂ ਫਾਈਲਾਂ ਹੈਗੀਆਂ, ਕਿਵੇਂ ਇਹਨਾਂ ਨੂੰ ਡਿਲੀਟ ਕਰਨਾ ਹੈ ਆਪਾਂ ਨੇ। ਰਹਾਓ, ਜਬ ਚੁੱਕੈ ਪੰਚ ਤਾਤ ਕੀ ਰਚਨਾ, ਐਸੇ ਪਰਮ ਚੁਕਾਵੇਂਗੇ। ਆ ਫਾਈਲਾਂ ਡਿਲੀਟ ਕਰਨੀਆਂ ਭਾਈ। ਜਬ ਚੁੱਕੈ ਪੰਚ ਤਾਤ ਕੀ ਰਚਨਾ, ਪੰਜਾਂ ਤਾਤਾਂ ਦੀ ਰਚਨਾ ਹੈ। ਆਕਾਰ ਦੀ ਜਿਹੜੀ ਹੈ, ਸਾਰੀਆਂ ਫਾਈਲਾਂ ਖੁੱਲੀਆਂ ਆਕਾਰ ਦੇ ਨਾਲ ਖੁੱਲੀਆਂ ਹੋਈਆਂ।
ਆਕਾਰ ਦੇ ਸੰਸਾਰ ਦੇ ਸਵਾਦਾਂ ਦੇ ਨਾਲ ਖੁੱਲੀਆਂ, ਮੋਹ ਦੇ ਨਾਲ ਖੁੱਲੀਆਂ ਹੋਈਆਂ ਫਾਈਲਾਂ ਹੈਗੀਆਂ ਸਾਰੀਆਂ। ਜਬ ਚੁੱਕੈ ਪੰਚ ਧਾਤ ਕੀ ਰਚਨਾ ਐਸੇ ਭਰਮ ਚੁਕਾਵੇਂਗੇ। ਇਸ ਤਰ੍ਹਾਂ ਕਹਿੰਦੇ ਭਰਮ ਆ, ਧੋਖਾ ਆ, ਟਰੈਪ ਆ। ਇਹ ਬਸ ਸਿਰਫ ਪੰਜ ਤੱਤ ਹੈਗੇ, ਪਾਵਰ ਹੈਗੀ ਹੈ। ਜੋ ਕੁਛ ਵੀ ਹੈਗਾ, ਇਹ ਸਵੇਰੇ ਵੀ ਅਸੀਂ ਗੱਲ ਕੀਤੀ ਸੀਗੀ, ਇਹ ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ ਜਿਹੜੇ ਹੈਗੇ, ਸਿਰਫ ਇਹ ਪਾਵਰ ਮੂਵ ਕਰ ਰਹੀ ਹੈ। ਇਹਨੂੰ ਪਾਵਰ ਪਰਮਾਤਮਾ ਦੀ ਸ਼ਕਤੀ ਹੈਗੀ, ਇਹਨੂੰ ਆਪਾਂ ਕਿਸ ਤਰ੍ਹਾਂ ਖਤਮ ਕਰ ਸਕਦੇ ਹਾਂ? ਸਿਰਫ ਮਾਲਕ ਨੇ ਆਪਣੀ ਸ਼ਕਤੀ ਦੇ ਨਾਲ ਸਾਰਾ ਆਕਾਰ ਬਣਾਇਆ ਹੋਇਆ ਹੈ। ਦਰਸ਼ਨ ਛੋੜ ਪਏ ਸਮਦਰਸੀ ਏਕੋ ਨਾਮ ਧਿਆਵੇਂਗੇ। ਆ ਪਾਏ ਇਹ ਦਰਸ਼ਨਾਂ ਨੂੰ ਛੱਡ ਕੇ ਸਮਦਰਸੀ ਹੋ ਜਾਣਾ ਹੈ। ਸਾਰਿਆਂ ਦੇ ਵਿੱਚ ਉਹ ਮਾਲਕ ਪਰਮਾਤਮਾ ਹੈਗਾ। ਇਹ ਦਰਸ਼ਨ ਜਿਹੜੇ ਹੈਗੇ, ਇਹ 6 ਦਰਸ਼ਨ ਜਿਹੜੇ ਹੈਗੇ, ਦਰਸ਼ਨ ਸ਼ਾਸਤਰ ਜਿਹੜੇ ਸਾਰੇ ਭੇਖ ਦੀ ਗੱਲ ਕਰ ਰਹੇ, ਕਹਿੰਦੇ ਸਾਰੇ ਭੇਖ। ਇਹ ਵੀ ਇੱਕ ਭੇਖ ਹੈ ਜੋ ਆਪਾਂ ਨੂੰ ਦਿਸ ਰਿਹਾ ਹੈ। ਕੋਈ ਬੰਦਾ, ਕੋਈ ਤੀਵੀਂ, ਕੋਈ ਜੋ ਕੁਛ ਵੀ ਦਿਸ ਰਿਹਾ, ਸਾਰਾ ਭੇਖ ਹੈਗਾ ਭਾਈ। ਇਹ ਸਿਰਫ ਜਿਹੜਾ ਕੱਪੜਾ ਹੈਗਾ ਆਤਮਾ ਦੇ ਉੱਤੇ। ਦਰਸ਼ਨ ਛੋੜ, ਇਹਨੂੰ ਛੱਡਣਾ ਪਊਗਾ। ਪਏ ਸਮਦਰਸੀ, ਸਮਦਰਸੀ ਕੀ ਹੈ? ਸਾਰਿਆਂ ਦੇ ਵਿੱਚ ਉਹ ਮਾਲਕ ਪਰਮਾਤਮਾ ਦੀ ਜੋਤ ਹੈਗੀ। ਦਰਸ਼ਨ ਛੋੜ ਪਏ ਸਮਦਰਸੀ ਇੱਕੋ ਨਾਮ ਧਿਆਵੇਂਗੇ। ਬਸ ਇੱਕੋ ਹੀ ਨਾਮ ਦੇ ਨਾਲ ਇਹ ਗੱਲ ਬਣਨੀ ਹੈ ਭਾਈ, ਹੋਰ ਕੋਈ ਤਰੀਕਾ ਨਹੀਂ ਹੈ। ਸਾਰਿਆਂ ਦੇ ਵਿੱਚ ਉਹ ਇੱਕ ਮਾਲਕ ਪਰਮਾਤਮਾ ਦੀ ਜੋਤ ਹੈਗੀ ਆ। ਜਿਤ ਹਮ ਲਾਏ ਤਿਤ ਹੀ ਲਾਗੇ, ਤੈਸੇ ਕਰਮ ਕਮਾਵੇਂਗੇ। ਜਿੱਥੇ ਮਾਲਕ ਪਰਮਾਤਮਾ ਨੇ ਆਪਾਂ ਨੂੰ ਲਾਇਆ ਆ, ਜਿੱਥੇ ਜੋ ਕਰੈਕਟਰ, ਜੋ ਰੋਲ ਆਪਾਂ ਨੂੰ ਪਲੇ ਕਰਨ ਦੇ ਵਾਸਤੇ ਦਿੱਤਾ ਹੈ ਦੁਨੀਆ ਦੇ ਵਿੱਚ, ਕਬੀਰ ਜੀ ਕਹਿੰਦੇ ਆ ਅਸੀਂ ਤਾਂ ਭਾਈ ਉਹੀ ਕੰਮ ਕਰਾਂਗੇ। ਤੈਸੇ ਕਰਮ ਕਮਾਵੇਂਗੇ, ਜਿਤ ਹਮ ਲਾਏ ਤਿਥੀ ਲਾਗੇ, ਤੈਸੇ ਕਰਮ ਕਮਾਵੇਂਗੇ। ਹਰ ਜੀ ਕਿਰਪਾ ਕਰੇ ਜੋ ਆਪਣੀ, ਤਾਉ ਗੁਰ ਕੇ ਸ਼ਬਦੇ ਸਮਾਵੇਂਗੇ। ਜੇ ਕਿਤੇ ਮਾਲਕਾ ਤੂੰ ਕਿਰਪਾ ਕਰਦਾ ਤੇ ਮੈਨੂੰ ਬ੍ਰਹਮ ਗਿਆਨ ਦੇ ਦੇ, ਮੈਨੂੰ ਗਾਈਡੈਂਸ ਦੇ ਦੇ, ਮੈਨੂੰ ਤਰੀਕਾ ਦੱਸ ਦੇ, ਮੈਨੂੰ ਵਿਧੀ ਸਮਝਾ ਦੇ, ਮੈਂ ਅੰਦਰ ਕਿਵੇਂ ਵੜਨਾ ਹੈ, ਸੁਣ ਚੁੱਪ ਕਿਵੇਂ ਹੋਣਾ ਹੈ, ਮਨ ਨੂੰ ਚੁੱਪ ਕਿਵੇਂ ਕਰਾਉਣਾ ਆ, ਤੇ ਫਿਰ ਤਾਂ ਗੱਲ ਬਣ ਜੇ ਮੇਰੀ। ਤਾਂ ਮੈਂ ਗੁਰੂ ਦੇ ਸ਼ਬਦ ਦੇ ਦੁਆਰਾ ਤੇਰੇ ਵਿੱਚ, ਸੁਣਨ ਦੇ ਵਿੱਚ ਸਮਾ ਜਾਊਂਗਾ। ਜੀਵਤ ਮਰੋ, ਮਰੋ ਫੁਨ ਜੀਵੋ। ਇਹਦੇ ਵਾਸਤੇ ਮਿੱਤਰਾ, ਇਹ ਗੇਮ ਜਿਹੜੀ ਹੈਗੀ ਆ, ਇਹਦੇ ਵਾਸਤੇ ਇਹ ਪਦਾਰਥਾਂ ਤੋਂ, ਆਕਾਰ ਤੋਂ, ਇਹ ਝੂਠ ਤੋਂ, ਇਹ ਪਾਵਰ ਤੋਂ, ਇਹ ਸੰਸਾਰ ਤੋਂ, ਇਹ ਰਸਾਂ ਕਸਾਂ ਤੋਂ, ਪਦਾਰਥਾਂ ਤੋਂ, ਚੋਗੇ ਤੋਂ ਜੀਵਤ ਮਰੋ। ਜੀਵਤ ਮਰੋ ਦਾ ਮਤਲਬ ਹੈ ਬਈ ਹੁਣ ਇਹ ਥੋੜ੍ਹੀ ਆ ਵੀ ਆਪਾਂ ਨੇ ਜਿਹੜਾ ਹੈਗਾ ਕੁਛ ਰੋਟੀ ਨਹੀਂ ਖਾਣੀ। ਉਹ ਕਾਮ ਜਿਹੜਾ ਹੈਗਾ ਉਹਦੇ ਤੋਂ ਤਾਂ ਮਾਲਕ ਨੇ ਦੁਨੀਆ ਬਣਾਈ ਹੈ। ਕਹਿੰਦੇ ਭਾਈ ਇਹ ਜੀਵਤ ਮਰਨਾ ਐਸਾ ਹੈ ਕਿ ਜਿੰਨੇ ਦਾ ਤੇਰਾ ਗੁਜ਼ਾਰਾ ਚੱਲਦਾ ਹੈ, ਮਿਨੀਮਮ ਤੇ ਰਹੀ, ਜਿੰਨੀ ਕੁ ਤੇਰੀ ਜ਼ਰੂਰਤ ਹੈਗੀ, ਜ਼ਰੂਰਤ ਦੇ ਉੱਤੇ, ਜ਼ਰੂਰਤ ਦੇ ਵਿੱਚ ਇਸ ਚੀਜ਼ ਨੂੰ ਯੂਜ਼ ਕਰਕੇ, ਔਰ ਇਹ ਤੇਰੀ ਯਾਤਰਾ ਦੇ ਵਾਸਤੇ ਹੈ, ਸੁਣ ਸਮਾਉਣ ਦੇ ਵਾਸਤੇ ਜਿਹੜਾ ਹੈਗਾ, ਇਸ ਚੀਜ਼ ਨੂੰ ਵਰਤੀ। ਜੀਵਤ ਮਰੋ, ਮਰੋ ਫੁਨ ਜੀਵੋ, ਪੁਨਰਪ ਜਨਮ ਨਾ ਹੋਈ। ਤਾਂ ਫਿਰ ਦੁਬਾਰਾ ਜਿਹੜਾ ਹੈਗਾ ਜਨਮ ਮਰਨ ਦਾ ਗੇੜ ਨਹੀਂ ਹੋਏਗਾ। ਕਹੋ ਕਬੀਰ ਜੋ ਨਾਮੇ ਸਮਾਨੇ, ਸੁਨ ਰਿਹਾ ਲਿਵ ਸੋਈ। ਬਸ ਕਹਿੰਦੇ ਆ ਨਾ, ਕਿਸੇ ਦਾ ਮਾਈਕ ਖੁੱਲ੍ਹਾ ਹੈ ਜੀ, ਕੋਈ ਵਿੱਚ ਜਿਹੜੇ ਹੈਗੇ ਪਲੀਜ਼ ਦੇਖ ਲੈਣਾ ਕਿਹਦਾ ਹੈ, ਇਹ ਤਾਂ ਫਾਉਲ ਹੋ ਜਾਂਦਾ ਹੈ ਜੀ। ਕਹੋ ਕਬੀਰ ਜੋ ਨਾਮ ਹੈ ਸਮਾਨੇ, ਸੁਨ ਰਿਹਾ ਲਿਵ ਸੋਈ। ਕਹਿੰਦੇ ਕਬੀਰ ਜੀ ਕਹਿੰਦੇ ਆ ਜਿਹੜੇ ਨਾਮ ਦੇ ਵਿੱਚ ਸਮਾ ਗਏ, ਨਾਮ ਦੇ ਦੁਆਰਾ ਇਹ ਕਾਰਵਾਈ ਬਣਨੀ ਹੈ ਧਿਆਨ ਸਿਮਰਨ ਦੇ। ਨਾਮ ਕੀ ਆ? ਨਾਮ ਹੈਗਾ ਭਾਈ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਜਿਹੜਾ ਹੈਗਾ ਜਾਣਨਾ, ਮਹਿਸੂਸ ਨਹੀਂ ਜਾਣਨਾ, ਉਹ ਹੈਗਾ ਅੰਗ ਸੰਗ। ਆਪਾਂ ਉਹਦੀ ਗੋਦ 'ਚ ਹੀ ਹੈਗੇ ਆ ਮਾਲਕ ਪਰਮਾਤਮਾ ਦੀ, ਆਪਾਂ ਇਕੱਲੇ ਨਹੀਂ ਹੈਗੇ। ਉਹ ਮਾਲਕ ਆਪਣੀ ਆਤਮਾ ਜਿਹੜੀ ਹੈਗੀ ਪਰਮੇਸ਼ਰ ਦਾ ਅੰਸ਼ ਹੈਗੀ ਆ। ਹਰ ਟਾਈਮ ਉਹ ਆਤਮਾ ਆਪਣੇ ਨਾਲ ਹੈਗੀ, ਆਪਾਂ ਨੂੰ ਦੇਖ ਰਹੀ ਆ, ਆਪਾਂ ਕੀ ਕਰ ਰਹੇ ਹਾਂ, ਕਿਹਨੂੰ ਧੋਖਾ ਦੇ ਰਹੇ ਹਾਂ, ਕਿਹਦੇ ਨਾਲ ਝੂਠ ਬੋਲ ਰਹੇ ਹਾਂ, ਕਿਹਦਾ ਦਿਲ ਦੁਖਾ ਰਹੇ ਹਾਂ, ਇਹ ਸਾਰੇ ਆਪਣੇ ਕਰਮ ਬਣੀ ਜਾ ਰਹੇ। ਕਹੋ ਕਬੀਰ ਜੋ ਨਾਮ ਹੈ ਸਮਾਨੇ, ਸੁਨ ਰਿਹਾ ਲਿਵ ਸੋਈ। ਜਿਹੜੇ ਇਸ ਤਰੀਕੇ ਦੇ ਨਾਲ ਉਹ ਪਰਮਾਤਮਾ ਜਿਹੜਾ ਹੈਗਾ ਉਹਨੂੰ ਧਿਆਨ ਦੇ ਵਿੱਚ ਲਿਆ ਕੇ, ਉਹਨੂੰ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਉਹਨੂੰ ਸਮਰਨ ਦੇ ਵਿੱਚ ਕਿ ਮੈਂ ਮਾਲਕ ਪਰਮਾਤਮਾ ਮੇਰੇ ਨਾਲ ਆ ਭਾਈ, ਮੇਰੀ ਆਤਮਾ ਮੇਰੇ ਨਾਲ ਆ, ਉਹ ਇਨਸਾਨ ਜਿਹੜਾ ਹੈਗਾ ਸੁਣਨ ਦੇ ਵਿੱਚ ਚਲੇ ਜਾਏਗਾ ਭਾਈ, ਸੁਣਨ ਦੇ ਵਿੱਚ ਚਲੇ ਜਾਏਗਾ, ਜਿਉਂਦੇ ਜੀ ਸੁਣ ਦੇ ਵਿੱਚ ਚਲੇ ਜਾਏਗਾ। ਆ ਜੀ ਪੂਰਾ ਸ਼ਬਦ ਹੋ ਗਿਆ ਗੁਰਕੀ ਸਾਹਿਬ, ਤੇ ਮੈਨੂੰ ਖਿਮਾ ਦਿਓ, ਮੈਂ ਤਾਂ ਚੱਲਿਆ।
ਆਪਣੇ ਜਿਹੜੇ ਸੁਖਵਿੰਦਰ ਜੀ ਤੁਸੀਂ ਪਲੀਜ਼ ਆ ਜਿਓ। ਠੀਕ ਹੈ ਜੀ। ਹਾਂਜੀ ਹਾਂਜੀ ਸਾਡੇ ਭਾਈ ਨੂੰ 2 ਮਾਈਕ ਆਉਣ ਦੇ, ਇੱਕ ਮਾਈਕ ਬੰਦ ਕਰੋ। ਸਾਡੇ ਭਾਈ ਨੂੰ ਫੋਨ ਲੱਗੇ ਜੀ। ਨਹੀਂ ਮੇਰਾ ਤਾਂ ਨਹੀਂ ਹੈ ਵੀ ਕੋਈ ਹੋਰ ਹੋਣਾ। ਮੇਰਾ है जी, मेरा एक सेकंड दो। ਜੁਆਇਨ ਕਰ ਕਰਕੇ ਗਿਲ ਸਾਹਿਬ ਤੁਸੀਂ ਆ ਜਾਓ ਨਹੀਂ ਤਾਂ। नहीं बस एक क्या मैं बंद कर दें। हाँ जी ਵੀਰ ਜੀ। ਹੈਲੋ हाँ जी ਤੁਸੀਂ बोल दो भाई, हो गया समाप्ति तो हुई है। हाँ जी बोलो जी। आना जान ਇੱਕ ਮਿੰਟ ਮੈਂ ਉਹ ਤੋਂ ਕੱਢ ਲਾਂ। ਮੈਂ ਉਹ ਹਾਂਜੀ ਸੰਗਤ ਜੀ ਵੀਰ ਜੀ ਜਿਹੜੀ ਸੀ ਆਵਨ ਜਾਨਾ ਹੁਕਮ ਕਿਸੇ ਕਾ ਹੁਕਮ ਬੁਝ ਸਮਾਵੇਂਗੇ। ठीक है जी। ਇਹਦੀ ਜਿਹੜਾ ਜਨਮ ਮਰਨ ਦਾ ਗੇੜ ਹਾਂਜੀ ਹਾਂਜੀ ਤੇ ਉਹਦੀ ਆਵਨ ਜਾਣਾ ਹੁਕਮ ਕਿਸੇ ਕਾ ਵੀ ਉਹਦਾ ਹੀ ਹੁਕਮ ਹੈ ਜੀ। ਉਹਦੇ ਹੁਕਮ 'ਚ ਹੀ ਅਸੀਂ ਜਿਵੇਂ ਗੁਰੂ ਨਾਨਕ ਸਾਹਿਬ ਦਾ ਇਹ ਹੁਕਮ ਦੇ ਉੱਤੇ ਸਾਰੀ ਇਹ ਜਿਹੜੀ ਗੁਰਬਾਣੀ ਆਧਾਰਿਤ ਹੈ ਕਿ ਹੁਕਮ ਦੇ ਨੂੰ ਹੀ ਉਹਨਾਂ ਨੇ ਮੇਨ ਰੱਖਿਆ। ਤੇ ਉਹ ਆਵਨ ਜਾਣਾ ਜਿਹੜਾ ਉਹ ਹੁਕਮ ਕਿਸੇ ਕਾ ਹੁਕਮ ਹੈ ਬੂਝ ਸਮਾਵੇਂਗੇ ਕਿ ਉਹਨੂੰ ਬੁੱਝ ਕੇ ਉਹ ਹੁਕਮ ਨੂੰ ਜਿਹੜਾ ਮਾਲਕ ਦਾ ਹੁਕਮ ਹੈ ਤੇ ਧਿਆਨ ਸਿਮਰਨ ਦੁਆਰਾ ਉਹਦੇ ਵਿੱਚ ਅਸੀਂ ਸਮਾ ਜਾਵਾਂਗੇ। ਤੇ ਮੈਂ ਉਹਦੇ ਵਿੱਚ ਤਲੀਨ ਹੋ ਗਿਆ। ਮਤਲਬ ਕਬੀਰ ਸਾਹਿਬ ਇਹ ਕਹਿ ਰਹੇ ਨੇ ਉਹਦੇ ਹੁਕਮ ਨੂੰ ਬੁੱਝ ਕੇ। ਹਾਂਜੀ ਵੀਰ ਜੀ। हाँ जी ठीक है जी। ये साध संगत जी देखो कह रहे ने कि आवन जाना हुक्म किसे का हुक्मे बूझ समावन। ਜਿਹੜਾ ਆਉਣਾ ਸੰਸਾਰ ਤੇ ਜਾਣਾ ਅਸਲ ਚ ਤੇ ਸਾਡੇ ਵਾਸਤੇ ਥੋੜੀ ਕੁਛ ਹੈਗਾ। ਇਹ ਤੇ ਇਸ ਪਰਮਾਤਮਾ ਨੇ ਜੋ ਇਹ ਪ੍ਰਕਿਰਤੀ ਨੂੰ ਹੁਕਮ ਲਗਾਇਆ ਉਹਦੇ ਸਿਸਟਮ ਦੇ ਵਿੱਚ ਸਾਰਾ ਕੁਝ ਚੱਲ ਰਿਹਾ। ਔਰ ਜਦੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਾਰਾ ਜੋ ਵੀ ਕੁਝ ਹੋ ਰਿਹਾ ਹੈ ਇਹ ਪਰਮਾਤਮਾ ਦੀ ਇੱਛਾ ਦੇ ਅਨੁਸਾਰ ਹੀ ਹੋ ਰਿਹਾ। ਜੇ ਉਹ ਸ਼ਕਤੀ ਨੂੰ ਆਪਾਂ ਸਮਝਦੇ ਹਾਂ, ਉਹ ਹਾਜ਼ਰਾ ਹਜ਼ੂਰ ਆ, ਮੌਜੂਦ ਆ, ਤੇ ਫਿਰ ਹੀ ਉਹਦੇ ਬਾਰੇ ਕੁਝ ਕੀਤਾ ਜਾ ਸਕਦਾ। ਪਰ ਇਨਸਾਨ ਏਦਾਂ ਨਹੀਂ ਨਾ ਸੋਚਦਾ। ਇਨਸਾਨ ਸੋਚਦਾ ਵਾ ਕਿ ਜਿਹੜਾ ਆਉਣਾ ਜਾਣਾ ਵਾ ਇਹ ਮਤਲਬ ਕੇਵਲ ਗੱਲਾਂ ਨੇ। ਪਰ ਉਹ ਕਹਿੰਦੇ ਜਿੰਨਾ ਚਿਰ ਤੂੰ ਇਹ ਚੀਜ਼ ਨੂੰ ਸਮਝ ਨਹੀਂ ਨਾ ਲੈਂਦਾ ਉਹਨਾਂ ਚਿਰ ਤੇਰਾ ਜੀਵਨ ਦਾ ਛੁਟਕਾਰਾ ਨਹੀਂ ਹੋਣਾ। ਬਹੁਤ ਘੱਟ ਨੇ ਲੋਕ ਇਸ ਚੀਜ਼ ਨੂੰ ਸਮਝਦੇ। ਇਹ ਗੱਲ ਪੱਕੀ ਹੈ ਕਿ ਬੰਦਾ ਮੰਨਦਾ ਤਾਂ ਹੈ ਵਾ ਕਿ ਇਹ ਮਤਲਬ ਆਉਣਾ ਜਾਣਾ ਇਹ ਪ੍ਰਮਾਤਮਾ ਦੇ ਹੱਥ 'ਚ ਆ, ਪਰ ਅਸੂਲ ਤੌਰ ਤੇ ਬੰਦਾ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਦਾ, ਕਿਤੇ ਵੀ ਨਹੀਂ ਕਰਦਾ। ਜਦੋਂ ਕੁਛ ਜੀਵਨ ਦੇ ਵਿੱਚ ਏਦਾਂ ਦੀ ਘਟਨਾ ਹੋ ਜਾਂਦੀ ਹੈ, ਚਲੋ ਫਿਰ ਆਪਣੇ ਆਪ ਨੂੰ ਸਬਰ ਦੇਣ ਦੇ ਲਈ ਬੰਦਾ ਇਹ ਕਹਿ ਲੈਂਦਾ ਚਲੋ ਜੋ ਕੁਦਰਤ ਨੂੰ ਮਨਜ਼ੂਰ ਆ। ਪਰ ਅਸਲ ਦੇ ਵਿੱਚ ਜਿਹੜਾ ਸੰਸਾਰ ਤੇ ਆਉਣਾ ਜਾਣਾ ਹੈ ਨਾ, ਉਹ ਦੇਖੋ ਇਹ ਕੁਦਰਤ ਦੇ ਹੱਥਾਂ ਦੇ ਵਿੱਚ ਹੈ। ਜਿੰਨਾ ਸਾਡਾ ਉਮਰ ਹੈ ਅਸੀਂ ਓਨੀ ਹੀ ਭੋਗ ਸਕਦੇ, ਪਰ ਜਦੋਂ ਸਾਡੀ ਉਮਰ ਖਤਮ ਹੋ ਜਾਂਦੀ ਹੈ ਉਹ ਸੰਸਾਰ ਤੋਂ ਸਾਨੂੰ ਜਾਣਾ ਪੈਂਦਾ। ਅਸੀਂ ਕੀ ਤੁਸੀਂ ਕੀ ਜੋ ਵੀ ਕੋਈ ਦਿਖਦਾ ਹੈ ਨਾ, ਉਹਦੀ ਇੱਕ ਨਿਰਧਾਰਤ ਉਮਰ ਆ। ਇਹ ਉਮਰ ਦਾ ਜਿਹੜਾ ਕਨੈਕਸ਼ਨ ਆ ਸਾਡੀ ਉਮਰ ਦੇ ਨਾਲ ਨਹੀਂ ਆ। ਕਈ ਬੰਦੇ ਜਵਾਨੀ ਉਮਰੇ ਚੱਲ ਜਾਂਦੇ ਨੇ, ਕਈ ਬੰਦੇ ਵੇਖੋ ਕਿੰਨੀ ਕਿੰਨੀ ਉਮਰ ਹੰਢਾ ਕੇ ਜਾਂਦੇ ਨੇ। ਕਈ ਬੰਦੇ ਏਦਾਂ ਦੇ ਨੇ ਉਹ ਚਾਹੁੰਦੇ ਨੇ ਕਿ ਸਾਨੂੰ ਮੌਤ ਆ ਜੇ, ਮੌਤ ਨਹੀਂ ਹੋਈ। ਤੋ ਇਹ ਕਿੱਦਾਂ ਇਹ ਪ੍ਰਮਾਤਮਾ ਇਹ ਸ਼ੋਅ ਰਨ ਕਰਦਾ ਹੈ, ਇਹਦੇ ਬਾਰੇ ਉਹ ਖੁਦ ਹੀ ਜਾਣਦਾ ਹੈ। ਪਰ ਜਦੋਂ ਇਸ ਚੀਜ਼ ਨੂੰ ਆਪਾਂ ਸਮਝਦੇ ਹਾਂ ਤੇ ਫਿਰ ਇੱਥੇ ਸਾਡੇ ਜੀਵਨ ਦੇ ਵਿੱਚ ਫਿਰ ਕੀ ਬਦਲਾਅ ਆਉਂਦਾ ਹੈ। ਜਿੰਨਾ ਚਿਰ ਤੱਕ ਇਹ ਚੀਜ਼ ਨੂੰ ਸਮਝਦੇ ਨਹੀਂ ਨਾ ਕਿ ਜਿਹੜਾ ਆਉਣਾ ਜਾਣਾ ਹੈ ਪ੍ਰਮਾਤਮਾ ਦਾ ਹੁਕਮ ਹੈ, ਉਹਨਾਂ ਚਿਰ ਤੱਕ ਸਾਡੇ ਜੀਵਨ ਦੇ ਵਿੱਚ ਉਚਾਈ ਨਹੀਂ ਆਵੇ। ਹਾਂਜੀ ਲੈ ਭਾਜੀ ਸੁਖਿੰਦਰ ਭਾਈ ਕਹਿੰਦੇ ਜਬ ਚੁੱਕੈ ਪੰਜ ਧਾਤ ਕੀ ਰਚਨਾ ਐਸੇ ਭਰਮ ਚੁਕਾਵੇਂਗੇ। ਉਹ ਕਹਿੰਦੇ ਵੀ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਵੀ ਜਿਹੜੀ ਪੰਜ ਧਾਤ ਦੀ ਰਚਨਾ ਹੈ, ਜਿਹੜੀ ਇਹ ਮਤਲਬ ਬਣੀ ਹੈ, ਪੰਜ ਧਾਤ ਦਾ ਸਰੀਰ ਹੈ, ਇਹ ਸਾਰਾ ਜਿਹੜਾ ਸਿਸਟਮ ਹੈ ਪੰਜ ਧਾਤੀ ਸਰੀਰ ਦੀ ਖੇਡ ਜਦੋਂ ਮੈਨੂੰ ਸਮਝ ਆਈ ਤਾਂ ਕਹਿੰਦੇ ਫਿਰ ਮੈਂ ਜਿਹੜਾ ਉਹ ਭਰਮ ਵੀ ਮੇਰਾ ਦੂਰ ਹੋ ਗਿਆ, ਜਿਹੜਾ ਮੇਰਾ ਸਰੀਰ ਦਾ ਮੋਹ। ਕਿਉਂਕਿ ਉਹਨਾਂ ਨੇ ਉਹ ਆਤਮ ਤੱਤ ਦੇ ਵਿੱਚ ਜਾ ਕੇ ਜਾਣ ਲਿਆ ਉਸ ਟਾਈਮ ਦੇ ਉੱਤੇ, ਮਤਲਬ ਆਪਣਾ ਮਨ ਤੋਂ ਤੇ ਜਿਹੜਾ ਉਹ ਧਿਆਨ ਸਿਮਰਨ ਦੇ ਦੁਆਰਾ ਉਹਨਾਂ ਨੇ ਆਪਣਾ ਉਹ ਜਿਹੜਾ ਵਿਚਾਰ ਮੰਡਲ ਨੂੰ ਜਦੋਂ ਕ੍ਰਾਸ ਕਰਕੇ ਆਤਮ ਤੱਤ ਚ ਲੀਨ ਹੋਏ ਤੇ ਉਹ ਵੀ ਉਹਨਾਂ ਦਾ ਜਿਹੜਾ ਕਹਿੰਦੇ ਭਰਮ ਮੇਰਾ ਚੁੱਕ ਚੁੱਕਿਆ ਮੈਨੂੰ।
ਤੇ ਨਾਲ ਫਿਰ ਅੱਗੇ ਕਹਿੰਦੇ ਕਿ ਦਰਸ਼ਨ ਛੋੜ ਭਏ ਸਮਦਰਸੀ ਇੱਕੋ ਨਾਮ ਧਿਆਵਾਂਗੇ। ਤੇ ਉਹ ਬਸ ਫਿਰ ਉਹ ਕਹਿੰਦੇ ਵੀ ਜਿਹੜਾ ਭੇਖ ਦਰਸ਼ਨ ਜਿਹਨੂੰ ਕਹਿੰਦੇ ਭੇਖ ਕਿਸੇ ਦਾ ਖਿਆਲ ਜਾਂ ਮੈਂ ਕਹਿੰਦੇ ਬਸ ਹੁਣ ਮੈਂ ਸਿਮਰਨ ਹੀ ਕਰਦਾ, ਬਸ ਮੇਰਾ ਜਿਹੜਾ ਸਾਰਾ ਕੰਮ ਹੈ ਮੈਨੂੰ ਪ੍ਰਮਾਤਮਾ ਹਰ ਇੱਕ ਦੇ ਵਿੱਚ ਜਿਹਦੇ ਮਤਲਬ ਮੈਨੂੰ ਹਰ ਇੱਕ ਦੇ ਅੰਦਰ ਜਾਏ, ਮੈਂ ਉਹਦਾ ਭੇਖ ਵੱਲ ਨਹੀਂ ਜਾਂਦਾ, ਮੈਨੂੰ ਹਰ ਇੱਕ ਦੇ ਅੰਦਰ ਪ੍ਰਮਾਤਮਾ ਹੀ ਨਜ਼ਰ ਆਉਂਦਾ ਤੇ ਬਸ ਮੈਂ ਉਹ ਨਹੀਂ ਸਿਮਰ ਰਿਹਾ, ਮੈਂ ਉਸ ਇੱਕ ਪ੍ਰਭੂ ਨਹੀਂ ਸਿਮਰ ਰਿਹਾ। ਹਾਂਜੀ ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਕਹਿੰਦੇ ਆ ਕਿ ਜਬ ਚੂਕੇ ਪੰਚ ਧਾਤ ਕੀ ਰਚਨਾ ਐਸੇ ਭਰਮ ਚੁਕਾਵਾਂਗੇ। ਹੁਣ ਦੇਖੋ ਇਹ ਜਿਹੜਾ ਪੰਜਾਂ ਤੱਤਾਂ ਦਾ ਸਰੀਰ ਬਣਿਆ, ਜਿੰਨਾ ਚਿਰ ਤੱਕ ਆਪਾਂ ਇੱਥੇ ਬੈਠੇ ਆ ਨਾ ਪੰਜਾਂ ਤੱਤਾਂ ਉਹਨਾਂ ਚਿਰ ਤੱਕ ਸਾਡਾ ਜਿਹੜਾ ਭਰਮ ਆ ਉਹ ਖਤਮ ਨਹੀਂ ਹੋਣਾ। ਭਰਮ ਖਤਮ ਉਦੋਂ ਹੁੰਦਾ ਜਦੋਂ ਅਸੀਂ ਨਿਰਵਿਚਾਰ ਅਵਸਥਾ 'ਚ ਆਪਣੇ ਵਿੱਚ ਅਸਤ ਹੁੰਨੇ। ਉਹਨੂੰ ਨਿਰਵਿਚਾਰ ਸਮਾਧੀ ਕਹਿ ਲਓ, ਸਵੈ ਵਿੱਚ ਅਸਤ ਕਹਿ ਲਓ, ਉਹਨੂੰ ਨਿਰਬੀਜ ਸਮਾਧੀ ਕਹਿ ਲਓ। ਜਦੋਂ ਵੀ ਸਾਡੀ ਜਿਹੜੀ ਸੁਰਤੀ ਆ ਉਹ ਪੰਜਾਂ ਤੱਤਾਂ ਤੋਂ ਅੱਗੇ ਨਿਕਲ ਜਾਂਦੀ ਆ। ਪੰਜਾਂ ਤੱਤਾਂ ਤੋਂ ਅੱਗੇ ਨਿਕਲਣ ਦਾ ਮਤਲਬ ਇਹ ਹੈ ਕਿ ਵਿਚਾਰ ਮੰਡਲ ਤੋਂ ਆਪਾਂ ਅੱਗੇ ਚੱਲ ਗਏ ਹਾਂ, ਅਕਿਰਿਆ ਅਵਸਥਾ ਦੇ ਵਿੱਚ ਚੱਲ ਗਏ ਹਾਂ, ਜਿੱਥੇ ਸਭ ਕੁਛ ਹੈਗਾ ਹੈ ਪਰ ਸਾਰਾ ਕੁਝ ਅਕਿਰਿਆ ਅਵਸਥਾ ਦੇ। ਜਦੋਂ ਆਪਾਂ ਅਕਿਰਿਆ ਅਵਸਥਾ ਦੇ ਵਿੱਚ ਜਾਂਦੇ ਹਨ, ਉਸ ਤੋਂ ਬਾਅਦ ਹੀ ਜੀਵਨ ਦੇ ਵਿੱਚ ਜਿਹੜਾ ਅਗਿਆਨ ਹੈ, ਭਰਮ ਹੈ, ਜਿਹੜੀ ਅਸੁਰ ਵਾਲੀ ਸਾਡੀ ਹੈਗੀ ਨਾ ਬ੍ਰਿਤੀ, ਉੱਥੇ ਚੇਂਜ ਹੁੰਦੀ ਹੈ। ਉਹ ਚੀਜ਼ ਤੁਸੀਂ ਪਹਿਲਾਂ ਵੀ ਸੁਣੀ ਹੋਣੀ ਹੈ, ਤੁਕ ਕੀ ਘੜੀਏ ਸੁਰਤ ਮਤ ਮਨ ਬੁੱਧ, ਕਿ ਉੱਥੇ ਸੁਰਤ ਘੜੀ ਜਾਂਦੀ ਆ, ਮਤ ਘੜੀ ਜਾਂਦੀ ਆ, ਮਨ ਘੜਿਆ ਜਾਂਦਾ, ਬੁੱਧੀ ਘੜੀ ਜਾਂਦੀ ਆ। ਉਹ ਜਿਹੜੀ ਅਵਸਥਾ ਉਹ ਮਤਲਬ ਉਹੀ ਆ ਜਦੋਂ ਅਸੀਂ ਨਿਰਵਿਚਾਰ ਹੁੰਦੇ ਆ, ਉੱਥੇ ਹੀ ਇਹ ਸਾਰਾ ਕੁਝ ਘੜਿਆ ਜਾਣਾ। ਤੇ ਜਿਵੇਂ ਜਿਵੇਂ ਘੜਿਆ ਗਿਆ ਉਸਦੇ ਨਾਲ ਕੀ ਹੋਣਾ ਕਿ ਸਾਡੇ ਜੀਵਨ ਦੇ ਵਿੱਚ ਉਚਾਈ ਆਉਣੀ, ਸਾਨੂੰ ਸੋਝੀ ਆ ਜਾਣੀ। ਤੇ ਉਸ ਤੋਂ ਬਾਅਦ ਜਦੋਂ ਸਾਡੇ ਜੀਵਨ 'ਚ ਸੋਝੀ ਆ ਗਈ, ਸਾਨੂੰ ਗਿਆਨ ਹੋ ਗਿਆ, ਤਾਂ ਫਿਰ ਕੀ ਹੋਊਗਾ, ਸਾਡੇ ਅੰਦਰ ਇੱਕ ਸਮ ਦ੍ਰਿਸ਼ਟੀ ਪੈਦਾ ਹੋਵੇਗੀ। ਸਮ ਦ੍ਰਿਸ਼ਟੀ ਦਾ ਮਤਲਬ ਇਹੋ ਹੀ ਆ ਕਿ ਜੈਸੇ ਨੂੰ ਤੈਸੇ ਦੇ ਰੂਪ ਵਿੱਚ ਦੇਖ ਲੈਣਾ। ਵੈਸੇ ਆਪਣੀ ਜਿਹੜੀ ਸਮ ਦ੍ਰਿਸ਼ਟੀ ਨਹੀਂ ਹੁੰਦੀ, ਆਪਣੀ ਦ੍ਰਿਸ਼ਟੀ ਜਿਹੜੀ ਨਾ ਥੋੜੀ ਜਿਹੀ ਉਲਝੀ ਆ, ਉਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਆਪਣੇ ਕੋਲੋਂ ਕਈ ਚੀਜ਼ਾਂ ਜੋੜ ਦਿੰਦੇ ਹਾਂ। ਚੀਜ਼ ਹੁੰਦੀ ਹੋਰ, ਪਰ ਅਸੀਂ ਉਹਨੂੰ ਵੱਧ ਘੱਟ ਕਰਕੇ ਉਹਨੂੰ ਪਰੋਸਦੇ ਹਾਂ, ਮਸਾਲੇ ਲਾ ਸਕਦੇ ਹਾਂ ਜਾਂ ਉਹਦਾ ਸਵਾਦ ਵੀ ਘੱਟ ਕਰਦੇ ਹਾਂ। ਕਹਿਣ ਤੋਂ ਭਾਵ ਹਜੇ ਸਾਡੀ ਸਮ ਦ੍ਰਿਸ਼ਟੀ ਨਹੀਂ ਹੈ। ਸਮ ਦ੍ਰਿਸ਼ਟੀ ਜਦੋਂ ਹੋ ਗਈ ਤਾਂ ਫਿਰ ਕੀ ਹੋਣਾ ਹੈ, ਇਹ ਪਰਮਾਤਮਾ ਦੇ ਨੂੰ ਜਦੋਂ ਆਪਾਂ ਦਰਸ਼ਨ ਕਰਦੇ ਹਾਂ ਉਸ ਤੋਂ ਬਾਅਦ ਹੀ ਸਾਡੀ ਸਮ ਦ੍ਰਿਸ਼ਟੀ ਹੋਣੀ ਹੈ। ਸਮ ਦ੍ਰਿਸ਼ਟੀ ਦੇ ਨਾਲ ਕੀ ਹੋਊਗਾ ਕਿ ਫਿਰ ਸਾਡੇ ਉੱਪਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਜਿਹੜਾ ਨਾ ਪ੍ਰਭਾਵ ਖਤਮ ਹੋ ਜਾਊਗਾ। ਉਸ ਤੋਂ ਬਾਅਦ ਅਸੀਂ ਜੈਸੇ ਨੂੰ ਤੈਸੇ ਦੇ ਰੂਪ 'ਚ ਦੇਖ ਸਕਦੇ ਹਾਂ, ਜੈਸੇ ਨੂੰ ਤੈਸੇ ਰੂਪ 'ਚ ਬੋਲ ਸਕਦੇ ਹਾਂ। ਉਹਦਾ ਬੋਲਣਾ ਬਹੁਤ ਔਖਾ ਹੈ, ਸੱਚ ਨੂੰ ਬੋਲਿਆ ਨਹੀਂ ਜਾ ਸਕਦਾ। ਸੱਚ ਨੂੰ ਤੁਸੀਂ ਉਦੋਂ ਹੀ ਬੋਲ ਸਕਦੇ ਹੋ ਜਦੋਂ ਤੁਹਾਡੇ ਅੰਤਰਾਕਰਣ 'ਚ ਜਿਹੜਾ ਆਪਣਾ ਭਾਵ, ਮੈਂ ਭਾਵ ਖਤਮ ਹੋ ਜਾਵੇ। ਉਸ ਤੋਂ ਬਾਅਦ ਫਿਰ ਸੱਚ ਹੀ ਸੱਚ ਰਹਿ ਗਿਆ, ਕਿਉਂਕਿ ਸੱਚ ਤੋਂ ਅੱਗੇ ਕੁਛ ਨਹੀਂ ਹੈਗਾ। ਹਾਂਜੀ ਅੱਗੇ ਬੋਲੀ। ਹਾਂਜੀ, ਉਹ ਕਹਿੰਦੇ ਜੀ ਜਿੱਤ ਹਮ ਲਾਏ ਤਿਤ ਹੀ ਲਾਗੇ ਪੈਸੇ ਕਰਮ ਕਮਾਵੇਂਗੇ। ਕਿ ਵੀ ਉਹ ਜਿੱਦਾਂ ਉਹ ਕਹਿ ਰਹੇ ਕਿ ਜਿੱਦਾਂ ਤੁਸੀਂ ਕਿ ਵੀ ਉਹ ਜਿਹੜੇ ਪਾਸੇ ਤੁਸੀਂ ਮੈਨੂੰ ਲਗਾਇਆ ਪ੍ਰਮਾਤਮਾ ਨੂੰ ਕਹਿ ਰਹੇ ਨੇ ਕਿ ਮੈਂ ਉਧਰ ਹੀ ਤੁਰਿਆ ਜਾ ਰਿਹਾ। ਜਿਵੇਂ ਜਿਵੇਂ ਮੈਨੂੰ ਆਈ ਜਾ, ਹੁਣ ਮੈਂ ਕੋਈ ਵਿਚਾਰਾਂ ਦੇ ਵਿੱਚ ਨਹੀਂ ਘੁੰਮਦਾ ਕਿ ਨਾ ਮੈਂ ਪਿੱਛੇ ਆ ਨਾ ਮੈਂ ਅੱਗੇ ਦਾ ਸੋਚਦਾ। ਜਿਵੇਂ ਜਿਵੇਂ ਤੁਸੀਂ ਮੈਨੂੰ ਜਿਹੜਾ ਕਰਮ ਮੇਰੇ ਕੋਲ ਆਈ ਜਾ ਰਿਹਾ ਉਹਨੂੰ ਮੈਂ ਕਰਦਾ ਜਾ ਰਿਹਾ, ਉਸੇ ਤਰ੍ਹਾਂ ਮੈਂ ਕਰਮ ਜਿਹੜਾ ਹੈਗਾ ਕਰਦਾ ਜਾ ਰਿਹਾ। ਔਰ ਜੈਸੇ ਨੂੰ ਤੈਸੇ ਦੇ ਰੂਪ ਦੇ ਵਿੱਚ ਹੀ ਮੈਂ ਉਹ ਵਿਖਿਆਨ ਕਰ ਰਿਹਾ। ਮੈਂ ਕੋਈ ਨਾ ਵਧਾ ਰਿਹਾ ਨਾ ਮੈਂ ਘਟਾ ਰਿਹਾ ਉਹਦੇ ਅੰਦਰ। ਤੇ ਅੱਗੇ ਜੀ ਹਰ ਜੀ ਕਿਰਪਾ ਕਰੋ ਜੇ ਜੋ ਆਪਣੀ ਤਾਂ ਗੁਰ ਕੇ ਸ਼ਬਦ ਸਮਾਵੇਂਗੇ। ਕਹਿੰਦੇ ਜੇ ਹੁਣ ਕਹਿੰਦੇ ਮਾਲਕਾ ਜਦੋਂ ਵੀ ਤੁਸੀਂ ਪ੍ਰਮਾਤਮਾ ਤੁਹਾਡੀ ਮਿਹਰ ਹੋ ਗਈ, ਤੁਹਾਡੀ ਕਿਰਪਾ ਹੋ ਗਈ ਤੇ ਜਿਹੜੇ ਪਾਸੇ ਤੁਸੀਂ ਮੈਨੂੰ ਲਾਇਆ ਮੈਂ ਉਹੀ ਕੰਮ ਕਰੀ ਜਾ ਰਿਹਾ। ਤੇ ਤੁਹਾਡੀ ਮਿਹਰ ਜਦੋਂ ਹੋਵੇਗੀ ਤਾਂ ਮੈਂ ਉਹਦੇ ਅੰਦਰ ਹੀ ਫਿਰ ਉਹ ਲੀਨ ਹੋ ਜਾਊਂਗੀ। ਜਿੱਦਾਂ ਗੁਰਬਾਣੀ ਚ ਆਉਂਦਾ ਨਾ ਜੀ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਾਜ ਜਾਇਆ, ਜਾਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਇਹ ਸਾਰਾ ਫਿਰ ਉਹ ਕਹਿੰਦੇ ਮੈਂ ਉਹਦੇ ਸ਼ਬਦ ਦੇ ਵਿੱਚ ਹੀ ਜਿਹੜਾ ਉਹ ਸ਼ਬਦ ਬ੍ਰਹਮ ਸ਼ਬਦ ਬ੍ਰਹਮ ਹੈ ਉਹਦੇ ਅੰਦਰ ਹੀ ਮੈਂ ਉਹ ਸਮਾ ਜਾਵਾਂਗਾ ਜੀ। ਹਾਂਜੀ ਠੀਕ ਹੈ ਜੀ। ਵੀਰ ਜੀ ਪਿਛਲੀ ਤੁਕ ਦੀ ਸਮਝ ਨਹੀਂ ਲੱਗੀ, ਕਹਿੰਦੇ ਦਰਸ਼ਨ ਛੋੜ ਭਏ ਸਮਦਰਸੀ, ਇਹਨੂੰ ਖੋਲੋਗੇ ਪਲੀਜ਼? ਦਰਸ਼ਨ ਛੋੜ ਭਏ। ਹਾਂਜੀ ਹਾਂਜੀ, ਦਰਸ਼ਨ ਵੀਰ ਜੀ ਭੇਖ ਨਾ ਕਿ ਜੇ ਵੀ ਉਹ ਮੈਂ ਜਿਹੜੇ ਮੈਂ ਸਿਮਰਨ ਕਰ ਰਿਹਾ, ਮੈਂ ਕਿਸੇ ਭੇਖ ਦੀ ਕਿਸੇ ਦੀ ਮਹੱਤਤਾ ਨਹੀਂ ਮੈਂ ਦੇ ਰਿਹਾ। ਹੁਣ ਮੈਨੂੰ ਸਾਰਿਆਂ ਦੇ ਵਿੱਚ ਪ੍ਰਮਾਤਮਾ ਹੀ ਦਿਸਦਾ। ਮੈਂ ਉਹਦਾ ਪ੍ਰਭੂ ਦਾ ਨਾਮ ਹੀ ਸਿਮਰਿਆ। ਸਭ ਸਮਦਰਸੀ ਹੋ ਗਈ ਮੇਰੀ ਜਿਹੜੀ ਮਤਲਬ
ਜਿਹੜੀ ਮੇਰੀ ਆਪਣੀ ਦ੍ਰਿਸ਼ਟੀ ਹੈ ਨਾ ਉਹ ਸਮਦਰਸ਼ੀ ਹੋ ਗਈ ਹੈ ਕਿ ਵੀ ਉਹ ਤੇ ਮੇਰੀ ਇੱਕ ਦੇ ਵਿੱਚ ਹੀ ਲਿਵ ਲੱਗੀ ਹੋਈ ਹੈ ਪ੍ਰਮਾਤਮਾ ਦੇ ਵਿੱਚ, ਉਹਦਾ ਹੀ ਸਿਮਰਨ ਕਰ ਰਿਹਾ ਮੈਂ ਜੀ। ਦਰਸ਼ਨ ਛੋੜ ਕੇ ਦਰਸ਼ਨ ਹਾਂਜੀ ਭਾਜੀ ਭਾਜੀ ਦਰਸ਼ਨ। ਹਾਂ ਇੱਕ ਮਿੰਟ ਭਾਜੀ, ਇੱਕ ਮਿੰਟ ਰੁਕ ਜਾਓ ਭਾਈ, ਮੈਂ ਦੱਸਦਾ। ਦਰਸ਼ਨ ਛੋੜ ਭਏ ਸਮਦ੍ਰਿਸ਼ਟੀ ਏਕੋ ਨਾਮ ਧਿਆਵਾਂ। ਦੇਖੋ ਪਤਾ ਕੀ ਦਰਸ਼ਨ ਛੋੜ, ਨਾਰਮਲੀ ਪਤਾ ਆਪਾਂ ਕੀ ਕਰਦੇ ਹਾਂ, ਮੈਂ ਆਪ ਜੀ ਨੂੰ ਪਹਿਲਾਂ ਵੀ ਵੇਖੋ ਕਥਾ ਆਪ ਰਿਵਰਸ ਕਰੋਗੇ ਤੁਹਾਨੂੰ ਪਤਾ ਲੱਗ ਜੂ। ਇਹਦਾ ਜਵਾਬ ਆਲਰੇਡੀ ਦੇ ਦਿੱਤਾ ਗਿਆ ਹੈ ਪਰ ਆਪਨੇ ਕੈਚ ਨਹੀਂ ਕੀਤਾ। ਦਰਸ਼ਨ ਛੋੜ ਨਾਰਮਲੀ ਕੀ ਕਰਦੇ ਆ ਕਿ ਤੁਹਾਡੀ ਬੁੱਧੀ ਜਿਹੜੀ ਨਾ ਉਹ ਆਪਣੇ ਆਪ ਨੂੰ ਕੋਈ ਚੀਜ਼ ਨੂੰ ਐਂਪਲੀਫਾਈ ਕਰਦੀ ਆ, ਯਥਾਰਥ ਸੱਚ ਨੂੰ ਨਹੀਂ ਦੇਖ ਪਾ ਰਹੀ। ਉਹ ਕੀ ਕਰਦੀ ਆ, ਉਹ ਹਰ ਇੱਕ ਨੂੰ ਅਲੱਗ-ਅਲੱਗ ਕੈਟਾਗਰੀ ਚ ਵੰਡਦੀ ਹੈ। ਜਾਤ ਪਾਤ ਕਹਿ ਲੋ, ਧਰਮ ਨੂੰ ਕਹਿ ਲੋ, ਕਿਸੇ ਵੀ ਰੂਪ ਚ ਕਹਿ ਲੋ। ਉਹ ਅਜੇ ਸਮਦ੍ਰਿਸ਼ਟੀ ਨਹੀਂ ਹੋਈ ਤੁਹਾਡੀ। ਸਮਦ੍ਰਿਸ਼ਟੀ ਦਾ ਮਤਲਬ ਸੱਚ ਨੂੰ ਦੇਖਣਾ, ਜੋ ਅਸਲੀਅਤ ਹੈ ਉਹਨੂੰ ਦੇਖਣਾ। ਜਿੱਦਾਂ ਆਪਾਂ ਕੀ ਕਰਦੇ ਹਾਂ, ਹਰ ਚੀਜ਼ ਨੂੰ ਆਪਾਂ ਆਪਣੀ ਬੁੱਧੀ, ਆਪਣੀ ਜਿਹੜੀ ਸਾਡੀ ਅੰਦਰ ਦੀ ਅਵਸਥਾ, ਤੁਸੀਂ ਉਸ ਲੈਵਲ ਤੇ ਵਹਿੰਦੇ ਜੋ, ਤੁਸੀਂ ਉਹਨੂੰ ਪ੍ਰੋਸੈਸ ਕਰਦੇ ਜੋ। ਤੁਹਾਡੇ ਅੰਦਰ ਜਿਹੜੀ ਬੁੱਧੀ ਹੈਗੀ ਆ, ਤੁਸੀਂ ਉਹਨੂੰ ਯਥਾਰਥ ਸੱਚ ਨੂੰ ਪ੍ਰੋਸੈਸ ਕਰਨ ਦੀ ਲੋੜ ਨਹੀਂ। ਉਹ ਤੇ ਸੱਚ ਹੈਗਾ, ਸੱਚ ਨੂੰ ਤੇ ਕੁਝ ਵੀ ਕਰਨ ਦੀ ਲੋੜ ਨਹੀਂ ਨਾ। ਤਮ ਦ੍ਰਿਸ਼ਟੀ ਜਿੰਨਾ ਚਿਰ ਨਹੀਂ ਹੁੰਦੀ ਉਹਨਾਂ ਚਿਰ ਤੱਕ ਬੰਦਾ ਉਸ ਸੱਚ ਨੂੰ ਹਜਮ ਨਹੀਂ ਕਰ ਸਕਦਾ। ਸਾਡੀ ਬੁੱਧੀ, ਸਾਡਾ ਮਨ, ਸਾਡਾ ਚਿੱਤ, ਉਹ ਜਦੋਂ ਇੰਦਰੀਆਂ ਦੇ ਰਾਹੀਂ ਕਿਸੇ ਚੀਜ਼ ਨੂੰ ਪ੍ਰਾਪਤ ਕਰਦਾ ਹੈ, ਫਿਰ ਉਹਦੇ ਅੰਦਰ ਜਿੱਦਾਂ ਦੀ ਕੈਲੀਬਰ ਹੈਗੀ, ਜਿੱਦਾਂ ਦੀ ਕੈਪੈਸਿਟੀ ਆ, ਉਦਾਂ ਹੀ ਪ੍ਰੋਸੈਸ ਕਰਦਾ ਹੈ। ਜਿਹਦਾ ਮਤਲਬ ਉਹ ਹਜੇ ਪ੍ਰੋਸੈਸ ਕਰ ਰਿਹਾ ਹੈ। ਸੱਚ ਨੂੰ ਪ੍ਰੋਸੈਸ ਕਰਨ ਦੀ ਲੋੜ ਨਹੀਂ ਆ, ਉਹ ਤੇ ਪਿਓਰ ਹੈ। ਸਮਦ੍ਰਿਸ਼ਟੀ ਜਿਹੜੀ ਸੰਸਾਰ ਆ, ਜਿਹੜਾ ਤੁਹਾਡਾ ਇੰਦਰੀਆਂ ਦਾ ਗਿਆਨ ਆ, ਉਹਨੂੰ ਸਮਦ੍ਰਿਸ਼ਟੀ ਚਾਹੀਦੀ ਆ। ਕਿਉਂਕਿ ਸਮਦ੍ਰਿਸ਼ਟੀ ਜਿੰਨਾ ਚਿਰ ਤੁਹਾਡੇ ਅੰਦਰ ਨਹੀਂ ਆਉਂਦੀ, ਤੁਸੀਂ ਫਿਰ ਚਾਚੇ, ਤਾਏ, ਭੂਆ, ਫੁੱਫੜ, ਮਾਮੇ, ਭੈਣ, ਭਰਾ, ਬੱਚੇ, ਇਹਨਾਂ ਨੂੰ ਉਸ ਨਜ਼ਰ ਨਾਲ ਨਹੀਂ ਦੇਖ ਸਕਦੇ। ਉਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਸਮਦ੍ਰਿਸ਼ਟੀ ਦੇ ਮਾਲਕ ਸਨ। ਇਸੇ ਕਰਕੇ ਤੇ ਭਾਈ ਲਹਿਣਾ ਜੀ ਨੂੰ ਆਪਣਾ ਉਹਨਾਂ ਗੁਰੂ ਕਾ ਗੱਦੀ ਦਿੱਤੀ ਆ, ਕਿਉਂਕਿ ਉਹਨਾਂ ਨੇ ਵੇਖਿਆ ਕਿ ਕੈਲੀਬਰ ਨਹੀਂ ਆ। ਭਾਵੇਂ ਮੇਰੇ ਬੱਚੇ ਨੇ, ਪਰ ਹੁਣ ਤੁਸੀਂ ਵੇਖ ਲਓ ਕਿੰਨੇ ਬਾਬੇ ਹੈਗੇ ਆ, ਕਰ ਸਕਦਾ ਕੋਈ? ਬਹੁਤ ਔਖਾ ਕੰਮ, ਕਿਉਂਕਿ ਉਹਨਾਂ ਨੇ ਤੇ ਵੇਖਣਾ ਹੈ ਕਿ ਇਹ ਗੱਦੀ ਤੇ ਸਾਡੇ ਘਰ ਰਵੇ, ਇਹ ਬਾਹਰ ਕਿਉਂ ਜਾਵੇ। ਉੱਥੇ ਉਹ ਕਹਿੰਦੇ ਨੇ ਕਿ ਉਹ ਸਮਦ੍ਰਿਸ਼ਟੀ ਦੇ ਮਾਲਕ ਹੈ। ਉਹਨਾਂ ਦੇ ਲਈ ਆਪਣਾ ਬਗਾਨਾ ਕੁਛ ਨਹੀਂ ਆ, ਉਹਨਾਂ ਲਈ ਇਹੋ ਹੀ ਆ ਕਿ ਬੰਦਾ ਪਾਤਰ ਕਿਹੜਾ ਹੈਗਾ। ਇਹ ਕੋਈ ਮੈਟਰ ਨਹੀਂ ਕਰਦਾ ਉਹ ਕੌਣ ਹੈ, ਉਹ ਕਿੱਥੋਂ ਦਾ ਵਾ, ਉਹ ਮੇਰਾ ਹੈ ਜਾਂ ਬਗਾਨਾ ਹੈ। ਪਰ ਉਹਨਾਂ ਨੇ ਪਾਤਰਤਾ ਵੇਖੀ। ਜੇਕਰ ਉਹਨਾਂ ਪਾਤਰਤਾ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਭਾਈ ਲਹਿਣਾ ਜੀ ਨੇ ਪੂਰੀ ਨਿਭਾਈ ਵੀ ਹੈ। ਠੀਕ ਹੈ ਜੀ, ਇਹ ਸਮਦ੍ਰਿਸ਼ਟੀ ਦਾ ਮਤਲਬ ਇਹ ਹੋਇਆ। ਹਾਂਜੀ ਅੱਗੇ ਚਲੀ ਜੀ। ਥੈਂਕ ਯੂ ਵੀਰ ਜੀ, ਬਹੁਤ ਵਧੀਆ। ਅੱਗੇ ਵੀਰ ਜੀ ਉਹੀ ਜਿਹੜੀ ਮੈਂ ਦੋ ਤੁਕਾਂ ਹੁਣ ਅੱਗੇ ਬੋਲੀਆਂ ਜੀ, ਅੱਗੇ ਅਗਲੀਆਂ ਉਹ ਕਹਿ ਰਹੇ ਕਿ ਜਿਥਮ ਲਾਏ ਤੈਸੇ ਕਰਮ ਕਮਾਵੇਂਗੇ। ਇਹ ਹੋ ਗਿਆ ਸੀ ਜੀ। ਅੱਗੇ ਆ ਗਿਆ ਹਰ ਜੀ ਕਿਰਪਾ ਕਰੋ ਜੇ ਕਰੇ ਜੋ ਆਪਣੀ ਤੋਂ ਗੁਰ ਕੇ ਸ਼ਬਦ ਸਮਾਵੇਂਗੇ। ਕਹਿੰਦੇ ਵੀ ਜੇ ਤੁਹਾਡੀ ਮਾਲਕ ਦੀ ਇਹ ਕਿਰਪਾ ਹੋ ਗਈ, ਜਿੱਦਾਂ ਦੀ ਡਿਊਟੀ ਮੇਰੀ ਲੱਗੀ ਹੈ, ਜਿੱਦਾਂ ਦੀ ਮੈਂ ਮਤਲਬ ਜਿਹੜੇ ਮੈਨੂੰ ਜਿੱਦਾਂ ਮੈਨੂੰ ਹੁਕਮ ਆਈ ਉਵੇਂ ਮੈਂ ਕਰ ਰਿਹਾ, ਨਾ ਮੈਂ ਪਿੱਛੇ ਆ ਨਾ ਅੱਗੇ ਆ। ਜੋ ਪ੍ਰੈਜ਼ੈਂਟ ਦੇ ਅੰਦਰ ਜੋ ਮੈਂ ਕੰਮ ਹੈ ਉਹ ਮੇਰੇ ਤੋਂ ਜੋ ਪਰਮਾਤਮਾ ਕਰਵਾ ਰਿਹਾ, ਮੈਂ ਉਹੀ ਕਰ ਰਿਹਾ, ਉਹੀ ਕਰਦਾ ਜਾ ਰਿਹਾ। ਤੇ ਉਸ ਤੋਂ ਬਾਅਦ ਕਹਿੰਦੇ ਜੇ ਮਾਲਕ ਤੇਰੀ ਕਿਰਪਾ ਹੋ ਜਾਵੇ ਤੇ ਮੈਂ ਤੇਰੇ ਗੁਰ ਕੇ ਸ਼ਬਦ ਸਮਾਵੇਂਗੇ। ਮੈਂ ਉਹ ਸ਼ਬਦ ਦੇ ਵਿੱਚ ਜਿਹੜਾ ਸ਼ਬਦ ਬ੍ਰਹਮ ਹੈ ਉਹਨੂੰ ਮੈਂ ਉਹਦੇ ਵਿੱਚ ਹੀ ਫਿਰ ਮੈਂ ਉਹਦੇ ਵਿੱਚ ਹੀ ਮੈਂ ਲੀਨ ਹੋ ਜਾਵਾਂ। ਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਇੱਥੇ ਦੇਖੀਏ, ਜਦੋਂ ਪਰਮਾਤਮਾ ਕਿਰਪਾ ਕਰਦਾ ਹੈ ਤੇ ਅਸੀਂ ਤੇ ਕੇਵਲ ਆਪਣੀ ਪਾਤਰਤਾ ਨੂੰ ਜ਼ਾਹਰ ਕਰਦੇ ਹਾਂ ਕਿ ਮਤਲਬ ਅਸੀਂ ਇਸ ਮਾਰਗ ਤੇ ਚੱਲਣਾ ਚਾਹੁੰਦੇ ਹਾਂ, ਤੇ ਕਿਰਪਾ ਫਿਰ ਉਹੀ ਕਰਦਾ ਹੈ, ਕਿਉਂਕਿ ਖੇਡ ਹੀ ਉਹਦੀ ਹੈ। ਜਿਵੇਂ ਜਿਵੇਂ ਸਾਡੀ ਪਾਤਰਤਾ ਬਣਦੀ ਹੈ ਤਿਵੇਂ ਅਸੀਂ ਉਹਦੀ ਕਿਰਪਾ ਨੂੰ ਹਜਮ ਕਰ ਪਾਉਂਦੇ ਹਾਂ। ਪਰ ਹਜਮ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਅਸੀਂ ਉਹਦੇ ਵਿੱਚ ਲੀਨ ਹੋ ਜਾਂਦੇ ਹਾਂ। ਆਪ ਇੱਕ ਚੀਜ਼ ਨੂੰ ਸਮਝੋ, ਜਿੰਨੀ ਜ਼ਿਆਦਾ ਸਾਡੇ ਚ ਅਸ਼ੁੱਧੀ ਹੈ, ਜਿੰਨਾ ਅਸੀਂ ਆਪਣੇ ਸੁਰ ਤੋਂ ਉਖੜੇ ਹਾਂ, ਉਹਨਾਂ ਅਸੀਂ ਬ੍ਰਹਮ ਤੋਂ ਦੂਰ ਹਾਂ। ਜਿੰਨਾ ਅਸੀਂ ਕਰੀਬ ਆਉਂਦੇ ਜਾਂਦੇ ਹਾਂ, ਉਹਨਾਂ ਕਰੀਬ ਆਉਣ ਦਾ ਮਤਲਬ ਹੀ ਇਹੋ ਹੈ ਸ਼ੁੱਧੀਕਰਨ। ਜਿੰਨਾ ਅਸੀਂ ਛੱਡਦੇ ਹਾਂ, ਹੁਣ ਹਰ ਕੋਈ ਬੰਦਾ ਉਹਦੀ ਛੱਡਣ ਦੀ ਕੈਪੈਸਿਟੀ ਹੈ। ਸਾਰੇ ਥੋੜੀ ਬ੍ਰਹਮ ਗਿਆਨੀ ਹੋ ਜਾਂਦੇ ਨੇ, ਕੇਵਲ ਉਹੀ ਹੁੰਦੇ ਨੇ ਜਿਹੜੇ ਛੱਡਣ ਦੀ ਹਿੰਮਤ ਰੱਖਦੇ ਆ।
ਉਹ ਜਦੋਂ ਛੱਡਦੇ ਹਨ ਉਦੋਂ ਹੀ ਬ੍ਰਹਮ ਦੇ ਲਾਗੇ ਆਪਾਂ ਜਾਂਦੇ ਹਾਂ। ਜੇਕਰ ਆਪਾਂ ਮਾਇਆ ਨੂੰ ਫੜ ਕੇ ਬੈਠੇ ਹਾਂ ਤਾਂ ਆਪਾਂ ਸੋਚੀਏ ਕਿ ਬ੍ਰਹਮ 'ਚ ਵੀ ਲੀਨ ਹੋ ਜਾਈਏ, ਇਹ ਦੋਵੇਂ ਕੰਮ ਇਕੱਠੇ ਨਹੀਂ ਹੋਣਗੇ, ਕਿਉਂਕਿ ਇੱਕ ਸੱਜੇ ਬੰਨੇ ਜਾ ਰਿਹਾ ਤੇ ਇੱਕ ਖੱਬੇ ਬੰਨੇ ਜਾ ਰਿਹਾ। ਠੀਕ ਹੈ ਜੀ। ਇਹ ਮਤਲਬ ਕਿ ਸ਼ਬਦ ਜਿਹੜੇ ਹੈਗੇ ਨੇ, ਦੇਖੋ ਸ਼ਬਦ ਕੋਈ ਵੀ ਆਪਾਂ ਨੂੰ ਜੇਕਰ ਲੀਨ ਹੁੰਦੇ ਆ ਬ੍ਰਹਮ ਦੇ ਵਿੱਚ, ਤੇ ਲੀਨ ਹੋਣ ਦਾ ਮਤਲਬ ਇਹੋ ਹੀ ਹੈ ਕਿ ਮੈਂ ਭਾਵ ਜਿਹੜਾ ਹੈ ਖਤਮ ਹੋ ਜਾਣਾ। ਜਿੰਨਾ ਚਿਰ ਤੱਕ ਮੈਂ ਹੈਗਾ ਨਾ, ਚਾਹੇ ਕਿਸੇ ਰੂਪ 'ਚ ਵੀ ਹੈਗਾ, ਹਉਮੈ ਦੇ ਰੂਪ 'ਚ ਹੈਗਾ, ਕਾਮ ਦੇ ਰੂਪ 'ਚ, ਕ੍ਰੋਧ ਦੇ ਆ, ਲੋਭ ਦੇ ਆ, ਮੋਹ ਦੇ, ਹੰਕਾਰ ਦੇ ਵਿੱਚ ਆ, ਉਹਨਾਂ ਚਿਰ ਤੱਕ ਉਹ ਬ੍ਰਹਮ ਨਹੀਂ ਜੋ ਹੈਗਾ। ਉਹ ਕੇਵਲ ਮੈਂ ਹੀ ਹੈਗਾ ਵਾਂ। ਮੈਂ ਆਪਣੇ ਆਪ ਦੀ ਇੱਕ ਪਹਿਚਾਣ ਬਣਾਈ ਹੈ, ਔਰ ਇਹ ਹਰ ਇੱਕ ਬੰਦੇ ਦੀ ਇੱਕ ਪ੍ਰੋਬਲਮ ਹੈ। ਜਿੰਨਾ ਚਿਰ ਤੱਕ ਅਸੀਂ ਮੈਂ ਦੇ ਰੂਪ 'ਚ ਬੈਠੇ, ਇਹਨਾਂ ਪੰਜਾਂ ਦੇ ਵਿੱਚ ਬੈਠੇ ਹਾਂ, ਉਹਨਾਂ ਚਿਰ ਤੱਕ ਸਾਡੀ ਪਹਿਚਾਣ ਆ। ਔਰ ਇਸ ਪਹਿਚਾਣ ਨੂੰ ਖਤਮ ਕਰਨ ਦੇ ਲਈ ਭਗਤੀ ਹੀ ਕੰਮ ਆਉਂਦੀ ਹੈ। ਪਰ ਜਦੋਂ ਆਪਾਂ ਭਗਤੀ ਕਰਦੇ ਹਾਂ, ਗੁਰੂ ਦਾ ਸ਼ਬਦ ਪਛਾਣ ਲੈਂਦੇ ਹਾਂ, ਤੇ ਫਿਰ ਹੌਲੀ ਹੌਲੀ ਆਟੋਮੈਟਿਕਲੀ ਹੀ ਸਾਡੇ ਅੰਦਰ ਭਰਮ ਖਤਮ ਹੁੰਦਾ। ਜਿੱਦਾਂ ਵੇਖੋ ਤੁਸੀਂ ਇੱਕ ਕਮਰੇ 'ਚ ਬਲਬ ਦਾ ਇੱਕ ਐਡਜਸਟਮੈਂਟ ਲਾ ਲਓ, ਜਿੰਨਾ ਜ਼ਿਆਦਾ ਉਹਦੇ 'ਚ ਪ੍ਰਕਾਸ਼ ਛੱਡੋਗੇ ਓਨਾ ਹੀ ਬਲਬ ਦਾ ਪ੍ਰਕਾਸ਼ ਵੱਧਦਾ ਜਾਂਦਾ ਹੈ। ਜੇ ਤੁਸੀਂ ਘੱਟ ਕਰਦੇ ਜਾਓਗੇ ਤਾਂ ਪ੍ਰਕਾਸ਼ ਘੱਟ ਜਾਂਦਾ ਹੈ। ਇਸੇ ਹੀ ਤਰ੍ਹਾਂ ਬ੍ਰਹਮ ਦੇ ਵਿੱਚ ਉਹੀ ਸਮਾਉਂਦਾ ਹੈ ਜਿਹਦਾ ਪ੍ਰਕਾਸ਼ ਜਿਹੜਾ ਪੂਰਾ ਜਗ ਜਾਂਦਾ ਹੈ। ਆਤਮਾ ਦੇ ਵਿੱਚ ਤੁਹਾਡੇ ਅੰਦਰ ਪੂਰਾ ਪ੍ਰਕਾਸ਼ ਹੋਣਾ ਜ਼ਰੂਰੀ ਹੈ। ਕਹਿਣ ਤੋਂ ਭਾਵ ਤੁਹਾਡੀ ਚੇਤਨਾ ਦਾ। ਜਦੋਂ ਤੁਹਾਡੇ ਅੰਦਰ ਚੇਤਨਾ ਦਾ ਪ੍ਰਕਾਸ਼ ਹੋ ਗਿਆ ਤਾਂ ਤੁਸੀਂ ਬ੍ਰਹਮ ਦਾ ਹੀ ਰੂਪ ਹੋ ਜਾਣਾ। ਕਬੀਰ ਜੀ ਇਸੇ ਗੱਲ ਨੂੰ ਫਿਰ ਸਮਝਾਉਂਦੇ ਨੇ, ਕਹਿੰਦੇ ਰਾਮ ਕਬੀਰਾ ਏਕ ਭੇਦ ਕੋਈ ਨਾ ਸਕੇ ਪਛਾਣੇ। ਕਿਉਂਕਿ ਜਿੱਥੇ ਬ੍ਰਹਮ ਬੈਠਾ ਹੈ ਕਬੀਰ ਵੀ ਉੱਥੇ ਚਲ ਗਿਆ। ਕਿਉਂ ਚਲ ਗਿਆ? ਕਬੀਰ ਨੇ ਜਿਹੜੇ ਬੈਰੀਅਰ ਸਨ, ਜਿਹੜੇ ਪ੍ਰਕਿਰਤੀ ਦੇ, ਉਹਨਾਂ ਨੂੰ ਅਲੱਗ ਕਰਤਾ, ਔਰ ਪ੍ਰਕਾਸ਼ ਨੂੰ, ਕਹਿਣ ਤੋਂ ਭਾਵ ਚੇਤਨ ਨੂੰ ਪ੍ਰਗਟ ਕਰਤਾ। ਇਹ ਜੋ ਕੁਝ ਵੀ ਤੁਹਾਨੂੰ ਦਿਖਦਾ ਹੈ ਜਾਂ ਨਹੀਂ ਦਿਖਾਈ ਦਿੰਦਾ ਹੈ, ਇਹ ਸਾਰਾ ਬ੍ਰਹਮ ਦੇ ਅੰਦਰ ਹੈ। ਔਰ ਬ੍ਰਹਮ ਦੇ ਵਿੱਚ ਕੋਈ ਗਤੀ ਨਹੀਂ ਆ, ਬ੍ਰਹਮ ਦੇ ਵਿੱਚ ਕੋਈ ਹਲਚਲ ਨਹੀਂ ਹੈ। ਇਹ ਚੀਜ਼ ਨੂੰ ਆਪ ਸਮਝੋ। ਜਦੋਂ ਸਾਡੇ ਅੰਦਰ ਹਲਚਲ ਬੰਦ ਹੋ ਜਾਂਦੀ ਆ, ਸਾਡੇ ਅੰਦਰ ਗਤੀ ਬੰਦ ਹੋ ਜਾਂਦੀ ਆ, ਜਦੋਂ ਅਸੀਂ ਸਵੈ ਵਿੱਚ ਅਸਤ ਹੋ ਜਾਂਦੇ ਹਾਂ, ਉਦੋਂ ਅਸੀਂ ਬ੍ਰਹਮ ਦਾ ਹੀ ਰੂਪ ਹੋ ਜਾਂਦੇ ਹਾਂ। ਉਸ ਤੋਂ ਅੱਗੇ ਨਹੀਂ ਜਾਇਆ ਜਾ ਸਕਦਾ। ਉਹ ਆਖਰੀ ਬਿੰਦੂ ਆ। ਅਨੁਭਵ ਰਹਿਤ ਅਨੁਭਵ ਕਹਿੰਦੇ ਆਪਾਂ ਨੂੰ। ਜਿੰਨਾ ਚਿਰ ਤੱਕ ਤੁਹਾਡੇ ਅੰਦਰ ਇੱਕ ਅਨੁਭਵ ਕਰਨ ਵਾਲਾ ਬੈਠਾ ਹੈ ਨਾ, ਇਹਦਾ ਮਤਲਬ ਦੋ ਹੈਗੇ ਨੇ, ਇੱਕ ਤੇ ਅਨੁਭਵ ਕਰ ਰਿਹਾ ਹੈ ਤੇ ਇੱਕ ਜਿਹਦਾ ਅਨੁਭਵ ਹੋ ਰਿਹਾ। ਮੇਰੀ ਗੱਲ ਨੂੰ ਫੇਰ ਵਿਚਾਰ ਕਰੋ। ਜਿੰਨਾ ਚਿਰ ਤੱਕ ਮੈਂ ਇੱਥੇ ਬੈਠਾ ਚਰਨਜੀਤ ਤੇ ਸਾਹਮਣੇ ਪੱਖੇ ਦੀ ਹਵਾ ਮੈਨੂੰ ਆ ਰਹੀ ਹੈ, ਮੈਂ ਦੋ ਤੱਤਾਂ ਨੂੰ ਅਨੁਭਵ ਕਰ ਰਿਹਾ। ਇੱਕ ਤੇ ਮੇਰੇ ਅੰਦਰ ਕਰਨ ਵਾਲਾ ਵੀ ਬੈਠਾ ਹੈ, ਇੱਕ ਜਿਹਨੂੰ ਮੈਂ ਅਨੁਭਵ ਕਰ ਰਿਹਾ ਉਹ ਵੀ ਹੈਗਾ। ਪਰ ਬਾਣੀ 'ਚ ਲਿਖਿਆ ਅਨੁਭਵ ਰਹਿਤ ਅਨੁਭਵ। ਉੱਥੇ ਅਨੁਭਵ ਵਾਲਾ ਕਰਨ ਵਾਲਾ ਨਹੀਂ ਰਹਿ ਗਿਆ, ਕਿਉਂਕਿ ਜਿੰਨੇ ਅਨੁਭਵ ਕਰ ਰਿਹਾ ਹੈ ਨਾ, ਜਿੰਨੇ ਅਨੁਭਵ ਕਰਨਾ ਹੈ ਔਰ ਜਿਹਨੂੰ ਅਨੁਭਵ ਕੀਤਾ ਹੈ, ਇਹ ਦੋਨੋਂ ਇੱਕ ਨੇ, ਦੋ ਨਹੀਂ ਹੈਗੇ। ਆ ਫਿਰ ਮੇਰੀ ਗੱਲ ਵਿਚਾਰ ਕਰੋ। ਜਿੰਨੇ ਅਨੁਭਵ ਕਰਨਾ ਤੇ ਜਿਹਦਾ ਅਨੁਭਵ ਹੋਣਾ, ਉਹ ਦੋ ਨਹੀਂ ਆ, ਇੱਕ ਆ। ਜਿੰਨਾ ਚਿਰ ਤੱਕ ਤੁਹਾਡੇ ਅੰਦਰ ਅਨੁਭਵ ਕਰਨ ਵਾਲਾ ਬੈਠਾ ਹੈ ਤੇ ਜਿਹਦਾ ਅਨੁਭਵ ਹੋ ਰਿਹਾ ਹੈ, ਚਾਹੇ ਤੁਹਾਨੂੰ ਪ੍ਰਕਾਸ਼ ਦਿਖ ਰਿਹਾ ਹੈ, ਚਾਹੇ ਤੁਹਾਨੂੰ ਕੁਝ ਹੋਰ ਅਨੁਭਵ ਹੋ ਰਿਹਾ ਹੈ, ਇਹਦਾ ਮਤਲਬ ਦੋ ਨਹੀਂ ਹੈ ਜੀ, ਇੱਕ ਨਹੀਂ ਹੋਇਆ। ਉਸੇ ਗੱਲ ਨੂੰ ਕਬੀਰ ਜੀ ਨੇ ਕਲੀਅਰ ਕੀਤਾ ਹੈ, ਰਾਮ ਕਬੀਰਾ ਏਕ ਭੇਦ ਤੇ ਕੋਈ ਨਾ ਸਕੇ ਪਛਾਣੇ। ਹੁਣ ਜਿਹੜਾ ਅਨੁਭਵ ਕਰਨ ਵਾਲਾ ਹੈ, ਜਿਹਦਾ ਅਨੁਭਵ ਹੋਣਾ ਹੈ, ਦੋਨੋਂ ਇੱਕ ਹੋ ਗਏ ਆ। ਰਾਮਾਨੰਦ ਜੀ ਉਸੇ ਗੱਲ ਨੂੰ ਸਮਝਾ ਰਹੇ ਨੇ, ਕਤ ਜਾਈਏ ਰੇ ਕਲ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਿਓ ਅੱਬਾ। ਕਿੱਥੇ ਜਾਣਾ? ਘਰੇ ਰੰਗ ਲੱਗ ਗਿਆ, ਮੇਰਾ ਚਿੱਤ ਨਹੀਂ ਚੱਲਦਾ। ਹੁਣ ਕੀ ਚਿੱਤ ਮੇਰਾ ਸ਼ਾਂਤ ਹੋ ਗਿਆ, ਤੇ ਫਿਰ ਉਹੀ ਗੱਲ ਆ ਗਈ, ਰਾਮ ਕਬੀਰਾ ਏਕ ਭੇਦ ਤੇ ਕੋਈ ਨਾ ਸਕੇ ਪਛਾਣੀ। ਬਾਣੀ ਫਿਰ ਕਹਿੰਦੀ ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ। ਮਤਲਬ ਉਹ ਦੋਨੇ ਇੱਕ ਹੋ ਗਏ। ਦੋਨੇ ਇੱਕ ਜਿੰਨਾ ਚਿਰ ਨਹੀਂ ਹੁੰਦੇ, ਉਹਨਾਂ ਚਿਰ ਤੱਕ ਜੀਵਨ ਦੇ ਵਿੱਚ ਕੁਝ ਨਹੀਂ ਹੋ ਸਕਦਾ। ਉਹਨਾਂ ਚਿਰ ਆਪਾਂ ਉੱਥੇ ਬੈਠੇ ਆ, ਆਪਾਂ ਨਹੀਂ ਹਿੱਲ ਰਹੇ, ਕਿਉਂਕਿ ਅਸੀਂ ਜਿੱਥੇ ਗਤੀ ਕਰ ਰਹੇ ਹਾਂ ਉਹ ਇੱਕ ਅਲੱਗ ਆਪਣੀ ਹੋਂਦ ਬਣਾਈ, ਕਿਸੇ ਵੀ ਰੂਪ ਚ ਚਾਹੇ ਅੱਗੇ। ਹਾਂਜੀ ਅਗਲੀ ਤੁਕ ਬੋਲੋ ਜੀ। ਹਾਂਜੀ ਅੱਗੇ ਜੀ, ਜੀਵਤ ਮਰੋ ਪੁਨ ਜੀਵੋ, ਉਹਨਾਂ ਦਾ ਜਨਮ ਨਾ ਹੋਈ। ਉਹ ਕਹਿੰਦੇ ਵੀ ਉਹ ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ। ਤੇ ਉਹ ਮਨ ਦੇ ਅੰਦਰ ਹੀ ਜਿਹੜਾ ਉਹ ਹੈ, ਤੇ ਉਹ ਆਪਣਾ ਮਨ ਜਿਹੜਾ ਮੰਦਰ ਹੈ, ਤੇ ਉਹ ਜਿਹੜਾ ਤਨ ਜਿਹੜਾ ਹੈਗਾ ਉਹ ਵੇਸ ਕਲੰਦਰ, ਜਿਹਦਾ ਮਤਲਬ ਉਹ ਚੋਲਾ ਜਿਹਨੂੰ ਕਹਿੰਦਾ ਵੇਸ ਹੈ, ਤੇ ਉਹ ਘੱਟ ਜਿਹੜਾ ਉਹ ਅੰਦਰ ਹੀ ਆ, ਉਹ ਤੀਰਥ ਮੇਰੇ ਅੰਦਰ ਹੀ ਹੈ। ਤੇ ਉਹ ਕਹਿੰਦੇ ਇੱਕ ਸ਼ਬਦ ਮੇਰੇ ਪ੍ਰਾਣ ਵਾਸਤੇ ਪਹੁੰਚ ਜਾਣਾ। ਕਹਿੰਦੇ ਮੈਨੂੰ ਪਤਾ ਲੱਗ ਗਿਆ ਕਿ ਵੀ ਮੈਂ ਹੁਣ ਇਹ ਪੁਨਰ ਜਨਮ ਤੇ ਦੁਬਾਰਾ ਜਨਮ ਮਰਨ ਦੇ ਗੇੜ 'ਚ ਨਹੀਂ ਆਊਂਗਾ ਮੈਂ। ਤੇ ਉਹ ਹੋਏਗਾ ਕਿੱਦਾਂ ਜੀ? ਉਹ ਕਹਿੰਦੇ ਜੀਵਤ ਮਰੋ ਹੁਣ ਜੀਵੋ। ਕਿਉਂਕਿ ਉਹ ਜਿਹੜਾ ਤੁਸੀਂ ਆਤਮਿਕ ਆਪਣਾ ਪਹਿਲਾਂ ਜਿਹੜਾ ਤੁਸੀਂ ਦੁਨੀਆ
ਤੁਸੀਂ ਬਾਹਰ ਹੋ ਜਾਓਗੇ, ਕਿਉਂਕਿ ਤੁਸੀਂ ਮੈਂ ਛੱਡ ਕੇ ਫਿਰ ਬ੍ਰਹਮ ਦੇ ਵਿੱਚ ਲੀਨ ਹੋ ਜਾਓਗੇ। ਤੇ ਅੱਗੇ ਕਹਿੰਦੇ ਕਬੀਰ ਕਹੋ ਕਬੀਰ ਜੋ ਨਾਮ ਸਮਾਨੇ ਸੁਣ ਰਿਹਾ ਲਿਵ ਸੋਈ, ਤੇ ਉਹ ਕਹਿੰਦੇ ਫਿਰ ਉਹਦੀ ਲਿਵ ਲੱਗ ਜਾਣੀ ਹੈ। ਉਹ ਸੁਣ ਜਿਹੜਾ ਹੈਗਾ, ਸੁਣ ਦੇ ਵਿੱਚ ਬੂੰਦ ਸਾਗਰ 'ਚ ਗਈ, ਫਿਰ ਉਹ ਵਾਪਸ ਤਾਂ ਉਹਨੂੰ ਤੁਸੀਂ ਅਲੱਗ ਦਾ ਵਕਤ ਤਾਂ ਕਰ ਹੀ ਨਹੀਂ ਸਕਦੇ, ਤੇ ਉਹ ਸੁਣ ਦੇ ਵਿੱਚ ਫਿਰ ਉੱਥੇ ਜਿਹੜੀ ਉਹਦੀ ਲਿਵ ਲੱਗੀ ਰਹੂਗੀ। ਤੇ ਉਹ ਉਹੀ ਗੱਲ ਕਿ ਵੀ ਉਹ ਚਿੱਤ ਜਿਹੜਾ ਉਹ ਆਪਣਾ ਕਾਰ ਵੱਲ, ਚਿੱਤ ਯਾਰ ਵੱਲ ਤੇ ਆਪਣਾ ਹੱਥ ਜਿਹੜਾ ਕਾਰ ਵੱਲ, ਹੈ ਨਾ ਜੀ, ਉਹ ਫਿਰ ਏਦਾਂ ਤੁਹਾਡੀ ਲਿਵ ਲੱਗੀ ਰਹਿਣੀ ਹੈ। ਤੇ ਉਹ ਉੱਥੋਂ ਸੁਣ ਦੇ ਵਿੱਚ ਜਿਹੜਾ ਹੈਗਾ ਉਹ ਵੀਰ ਜੀ ਕਹਿੰਦੇ ਮੈਂ ਸਮਾਇਆ ਰਹੂੰਗਾ। ਠੀਕ ਹੈ ਵੀਰ ਜੀ, ਅੱਗੇ। ਹਾਂਜੀ ਵੀਰ ਜੀ, ਹੁਣ ਬੋਲੀ ਨਾ, ਕਹਿੰਦੇ ਜੀਵਤ ਮਰੋ, ਮਰੋ ਫਿਰ ਜੀਵੋ, ਪੁਨਰਪ ਜਨਮ ਨਾ ਹੋਏ। ਕਹਿੰਦੇ ਜਿਉਂਦੇ ਜੀ ਮਰਨਾ ਪੈਣਾ। ਇੱਕ ਤੁਕ ਚ ਆਉਂਦਾ ਨਾ, ਪਹਿਲਾਂ ਵੀ ਤੁਕ ਆਉਂਦੀ ਹੈ, ਜਿਸ ਮਰਨੀ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਇੱਥੇ ਮਰਨਾ ਜਿਹੜਾ ਹੈ ਕੋਈ ਸਰੀਰਕ ਮੌਤ ਦੀ ਗੱਲ ਨਹੀਂ। ਸਰੀਰ ਦੇ ਮਰਿਆਂ ਤੇ ਗੱਲ ਖਤਮ ਨਹੀਂ ਹੁੰਦੀ, ਸਰੀਰਕ ਮਰਿਆਂ ਤੇ ਗੱਲ ਨਹੀਂ ਖਤਮ ਹੁੰਦੀ, ਕਿਉਂਕਿ ਸਰੀਰਕ ਮਰਨਾ ਮਤਲਬ ਹੈ ਦੂਸਰੇ ਜਨਮ ਦੇ ਲਈ ਤਿਆਰੀ। ਪਰ ਇੱਥੇ ਜਿਹੜੇ ਮਰਨ ਦੀ ਗੱਲ ਕਰਦੇ ਆ, ਉਹ ਜਿਉਂਦੇ ਜੀ ਮਰਨਾ ਪੈਂਦਾ ਹੈ। ਬੰਦਾ ਇੱਛਾਵਾਂ ਮਰ ਜਾਂਦੀਆਂ ਨੇ, ਉਹਦੀਆਂ ਵਾਸਨਾਵਾਂ ਮਰ ਜਾਂਦੀਆਂ, ਕਾਮਨਾਵਾਂ ਮਰ ਜਾਂਦੀਆਂ ਨੇ। ਬੰਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਮੁਕਤ ਹੋ ਜਾਂਦਾ ਹੈ। ਜਿੰਨਾ ਚਿਰ ਤੱਕ ਆਪਾਂ ਇਹਨਾਂ ਤੋਂ ਮੁਕਤ ਨਹੀਂ ਹੁੰਦੇ, ਉਹਨਾਂ ਚਿਰ ਤੱਕ ਅਸੀਂ ਸਮਝ ਲਓ ਕਿ ਹਜੇ ਰਾਹ ਦੇ ਵਿੱਚ ਹੈਗੇ ਆ, ਆਪਾਂ ਕਿਤੇ ਚੱਲੇ ਨਹੀਂ ਆ, ਨਾ ਹੀ ਕਿਤੇ ਪਹੁੰਚੇ। ਇਹ ਪੁਨਰਪ ਜਨਮ ਜਿਹੜਾ ਹੈਗਾ ਨਾ, ਜਨਮ ਮਰਨ ਦਾ ਗੇੜਾ, ਉਹਨਾਂ ਚਿਰ ਤੱਕ ਨਹੀਂ ਖਤਮ ਹੁੰਦਾ ਜਿੰਨਾ ਚਿਰ ਤੱਕ ਤੁਸੀਂ ਜਿਉਂਦੇ ਜੀ ਨਹੀਂ ਮਰ ਜਾਂਦੇ। ਔਰ ਜਿਉਂਦੇ ਜੀ ਮਰਨ ਦਾ ਇੱਕੋ ਹੀ ਤਰੀਕਾ ਹੈ, ਸਵੈ ਵਿੱਚ ਅਸਤ ਹੋ ਜਾਣਾ। ਸਵੈ ਦੇ ਵਿੱਚ ਅਸਤ ਹੋ ਗਏ ਔਰ ਅਸੀਂ ਜਦੋਂ ਬ੍ਰਹਮ ਦੇ ਵਿੱਚ ਸਥਿਰ ਹੋ ਗਏ ਹਾਂ, ਹੁਣ ਕੋਈ ਗਤੀ ਨਹੀਂ ਹੈਗੀ, ਸਭ ਕੁਝ ਰੁਕ ਗਿਆ। ਉਸ ਰੁਕ ਜਾਣੇ ਦੇ ਵਿੱਚ ਹੀ ਮਰ ਜਾਣਾ ਹੈ। ਜਿੰਨਾ ਚਿਰ ਤੱਕ ਤੁਹਾਡੇ ਅੰਦਰ ਗਤੀ ਹੋ ਰਹੀ ਨਾ, ਵਿਚਾਰਾਂ ਦੀ ਗਤੀ ਹੈ, ਦੇਖ ਲਓ ਆਪ ਪਲੀਜ਼ ਸਮਝੋ, ਜਿੰਨਾ ਚਿਰ ਤੱਕ ਤੁਹਾਡੇ ਅੰਦਰ ਵਿਚਾਰ ਮੰਡਲ 'ਚ ਗਤੀ ਹੋ ਰਹੀ ਹੈ, ਸਮਝ ਲਓ ਕਿ ਅੰਦਰ ਪ੍ਰੋਸੈਸ ਚੱਲ ਰਿਹਾ, ਬਿਲਕੁਲ ਵੱਡੀ ਸਪੀਡ ਨਾਲ ਚੱਲ ਰਿਹਾ। ਔਰ ਜਿੰਨਾ ਚਿਰ ਤੱਕ ਚੱਲ ਰਿਹਾ, ਚਾਹੇ ਕਿਸੇ ਵੀ ਰੂਪ 'ਚ ਆ, ਚਾਹੇ ਕਾਮ ਨਾਲ ਸੰਬੰਧ ਆ, ਕ੍ਰੋਧ ਨਾਲ ਸੰਬੰਧ ਆ, ਲੋਭ ਨਾ, ਮੋਹ ਨਾ, ਹੰਕਾਰ ਨਾ, ਇਹਦਾ ਮਤਲਬ ਕਿ ਸਾਡੇ ਅੰਦਰ ਕੋਈ ਐਸੀ ਚੀਜ਼ ਹੈਗੀ ਆ ਜਿਹੜੀ ਉਹਨੂੰ ਚਲਾਉਣ ਦਈ ਹੈ, ਜੇ ਪੱਖੇ ਨੂੰ ਸਾਡੇ ਚਿੱਤ 'ਚ ਤਰੰਗ ਪੈਦਾ ਕਰ ਰਹੀ ਹੈ। ਅਜੇ ਕਾਰਨ ਸਰੀਰ ਹੈਗਾ, ਕਿਉਂਕਿ ਜੋ ਵੀ ਸਾਡੇ ਚਿੱਤ 'ਚ ਡਿਸਪਲੇ ਹੋ ਰਹੀ ਹੈ ਨਾ ਫਿਲਮ, ਦੇਖੋ ਟੀਵੀ ਦੇ ਵਿੱਚ ਕੋਈ ਫਿਲਮ ਨਹੀਂ ਹੁੰਦੀ, ਆਪ ਪਲੀਜ਼ ਆਪ ਅੰਡਰਸਟੈਂਡ ਕਰਦੇ ਜੋ ਨਾ ਸਾਰੇ, ਟੀਵੀ 'ਚ ਕੁਝ ਫੋਟੋ ਨਹੀਂ ਹੁੰਦੀ। ਟੀਵੀ ਇੱਕ ਮਾਧਿਅਮ ਹੈ, ਇੱਕ ਸੋਰਸ ਹੈ, ਉਹਦੇ ਅੰਦਰ ਜੋ ਵੀ ਫਿਲਮ ਆਊਗੀ ਉਹ ਬਾਹਰੋਂ ਆਊਗੀ। ਆਬਜੈਕਟ ਬਾਹਰ ਹੈ। ਆਬਜੈਕਟ ਦਾ ਮਤਲਬ ਉਹਨੂੰ ਚਾਹੇ ਪੈਨ ਡਰਾਈਵ ਲਾਓ, ਚਾਹੇ ਉਹਨੂੰ ਕੇਬਲ ਲਾ ਲਓ, ਚਾਹੇ ਉਹਨੂੰ ਡਿਸ਼ ਟੀਵੀ ਲਾ ਲਓ, ਚਾਹੇ ਐਂਟੀਨਾ ਲਾ ਲਓ, ਜਾਂ ਕਿਸੇ ਮੋਬਾਈਲ ਨਾਲ ਕਨੈਕਟ ਕਰ ਲਓ, ਉਹਨੂੰ ਕਿਸੇ ਜਗ੍ਹਾ ਤੋਂ ਡਾਟਾ ਪ੍ਰਾਪਤ ਹੋ ਰਿਹਾ ਹੈ, ਉਹ ਦਿਖਾ ਰਿਹਾ। ਇਸੇ ਤਰ੍ਹਾਂ ਜਿਹੜਾ ਸਾਡਾ ਚਿੱਤ ਆ, ਚਿੱਤ ਦੇ ਵਿੱਚ ਜੋ ਵੀ ਚੀਜ਼ ਪ੍ਰਗਟ ਹੋ ਰਹੀ ਹੈ, ਡਿਸਪਲੇ ਹੋ ਰਹੀ ਹੈ, ਉਹਦੇ ਪਿੱਛੇ ਸਾਡਾ ਕਾਰਨ ਸਰੀਰ ਆ। ਆਪ ਜਦੋਂ ਵੀ ਚਿੱਤ 'ਚ ਜਾਂਦੇ ਜੋ, ਚਿੱਤ ਆਪਣੇ 'ਚ ਵੇਖੋ ਕਿੱਦਾਂ ਇੱਕਦਮ ਪੂਰਾ ਦੁਨੀਆ ਭਰ ਦਾ ਰੌਲਾ ਗੋਲਾ ਮੱਚਿਆ। ਜਿੰਨਾ ਜ਼ਿਆਦਾ ਤੁਹਾਡਾ ਅਸ਼ਾਂਤ ਚਿੱਤ ਆ, ਉਨੇ ਜ਼ਿਆਦਾ ਤੁਹਾਡੇ ਅੰਦਰ ਵਿਚਾਰ ਨੇ। ਜਿੰਨੇ ਘੱਟ ਵਿਚਾਰ ਨੇ, ਉਹਨਾਂ ਤੁਹਾਡਾ ਸ਼ਾਂਤ ਚਿੱਤ ਹੈ। ਇੱਕ ਸਿੰਪਲ ਜੀ ਇੱਕ ਮੈਜਰਮੈਂਟ ਕਰਨ ਦੀ ਇੱਕ ਛੋਟਾ ਜਿਹਾ ਇੱਕ ਪੈਮਾਨਾ ਹੈਗਾ, ਜਿੰਨਾ ਤੁਹਾਡਾ ਅਸ਼ਾਂਤ ਜੀਵਨ, ਉਹਨੇ ਤੁਹਾਡੇ ਅੰਦਰ ਵਿਚਾਰ, ਉਹਨਾਂ ਚਿੱਤ ਦੇ ਵਿੱਚ ਤਰੰਗਾ ਜ਼ਿਆਦਾ। ਜਦੋਂ ਤੁਸੀਂ ਭਗਤੀ ਕੀਤੀ, ਪ੍ਰਮਾਤਮਾ ਦੀ ਮਦਦ ਮੰਗੀ, ਨਾਮ ਤੇ ਆਇਆ, ਨਾਮ ਨੂੰ ਪ੍ਰਗਟ ਕੀਤਾ, ਬ੍ਰਹਮ ਅਗਨ ਪ੍ਰਗਟ ਹੋ ਗਈ ਹੈ, ਉਹਨੇ ਕੀ ਕਰਨਾ ਹੈ ਕਿ ਚਿੱਤ ਨੂੰ ਸ਼ਾਂਤ ਕਰਨਾ ਹੈ। ਚਿੱਤ ਦੇ ਅੰਦਰ ਜੋ ਵੀ ਵਿਚਾਰ ਆਵੇਗਾ, ਉਹਨੂੰ ਆਪਣੀ ਅਗਨ ਦੇ ਨਾਲ ਭਸਮ ਕਰ ਦੇਣਾ ਹੈ। ਪ੍ਰਮਾਤਮਾ ਵੀ ਬੰਦੇ ਨੂੰ ਡਾਇਰੈਕਟ ਮੁਕਤ ਨਹੀਂ ਜੇ ਕਰਦਾ, ਉਹ ਕੇਵਲ ਸਾਨੂੰ ਪਾਵਰ ਦਿੰਦਾ, ਕਿਉਂਕਿ ਪ੍ਰਮਾਤਮਾ ਨੇ ਐਸਾ ਹੀ ਇੱਕ ਤਰੀਕਾ ਬਣਾਇਆ। ਆਪ ਦੇਖੋ ਕਿੰਨੇ ਬ੍ਰਹਮ ਗਿਆਨੀ, ਉਹਨਾਂ ਨੇ ਭਗਤੀਆਂ ਕੀਤੀਆਂ, ਫਿਰ ਉਦਾਂ ਦਾ ਜੀਵਨ ਬਤੀਤ ਕੀਤਾ, ਉਸ ਤੋਂ ਬਾਅਦ ਉਹ ਚੀਜ਼ ਚੋਂ ਬਾਹਰ ਆਏ ਨੇ। ਕੋਈ ਮੈਜਿਕ ਨਹੀਂ ਜੇ ਹੁੰਦਾ, ਕੋਈ ਜਾਦੂ ਦਾ ਤਮਾਸ਼ਾ ਨਹੀਂ ਹੈਗਾ।
ਅੱਖਾਂ ਬੰਦ ਕੀਤੀਆਂ ਤੇ ਬੰਦਾ ਬ੍ਰਹਮ ਗਿਆਨੀ ਹੋ ਗਿਆ, ਕਿਤੇ ਮੱਥੇ ਤੇ ਹੱਥ ਰੱਖਿਆ ਚਲੋ ਬੰਦਾ ਮੁਕਤ ਹੋ ਗਿਆ, ਏਦਾਂ ਹੋ ਹੀ ਨਹੀਂ ਸਕਦਾ। ਉਹ ਪ੍ਰੋਸੈਸ ਜਿਹੜਾ ਹੈਗਾ ਤੁਹਾਨੂੰ ਉਹਦੇ ਵਿੱਚੋਂ ਲੰਘਣਾ ਹੀ ਪੈਣਾ। ਜਦੋਂ ਤੁਸੀਂ ਆਖਰੀ ਬਿੰਦੂ ਤੇ ਪਹੁੰਚ ਜਾਂਦੇ ਜੋ ਨਾ, ਜਿਸ ਤੋਂ ਅੱਗੇ ਤੁਸੀਂ ਨਹੀਂ ਸਕਦੇ ਹੋ, ਉਹ ਤੁਹਾਡਾ ਆਖਰੀ ਬਿੰਦੂ ਆ। ਜਿੱਦਾਂ ਤੁਸੀਂ ਉੱਥੇ ਪਹੁੰਚ ਕੇ ਸਮਝ ਲਓ ਕਿ ਤੁਸੀਂ ਉੱਥੇ ਪਹੁੰਚ ਗਏ ਜੋ ਜਿੱਥੇ ਰੂਪ ਨਹੀਂ ਹੈਗਾ, ਰੰਗ ਨਹੀਂ ਹੈਗਾ ਤੇ ਰੇਖ ਨਹੀਂ ਹੈਗਾ, ਜਿੱਥੇ ਕਾਲ ਨਹੀਂ ਹੈਗਾ, ਉੱਥੇ ਕੋਈ ਸੂਰਜ ਨਹੀਂ, ਚੰਦਰਮਾ ਨਹੀਂ, ਤਾਰੇ ਨਹੀਂ ਹੈਗੇ, ਉੱਥੇ ਕੋਈ ਧਰਤੀ ਨਹੀਂ। ਉੱਥੇ ਪਹੁੰਚ ਜਾਣਾ ਹੀ ਮੁਕਤੀ ਹੈ। ਇਹ ਉਸੇ ਤੁਕ ਨੂੰ ਰਿਪਰੈਜ਼ੈਂਟ ਕਰਦੀ। ਜੀਵਤ ਮਰੋ, ਮਰਤ ਪੁਨ ਜੀਵਨ, ਪੁਨਰਪ ਜਨਮ ਨਾ ਹੋਏ, ਫਿਰ ਦੁਬਾਰਾ ਜਨਮ ਨਹੀਂ ਹੁੰਦਾ। ਉੱਥੇ ਪਹੁੰਚਣਾ ਜ਼ਰੂਰੀ ਹੈ। ਪਹਿਲਾਂ ਤੁਸੀਂ ਉੱਥੇ ਜਾਓਗੇ, ਉਹਨੂੰ ਅਨੁਭਵ ਕਰੋਗੇ, ਉੱਥੇ ਰਹਿਣਾ ਪਊਗਾ 10-20 ਮਿੰਟ, ਅੱਧਾ ਘੰਟਾ ਤੁਹਾਨੂੰ ਮੌਕਾ ਮਿਲਦਾ ਹੈ, ਤੁਸੀਂ ਸਾਰੇ ਅਨੁਭਵ ਕਰ ਰਹੇ। ਉਸ ਤੋਂ ਬਾਅਦ ਇੱਕ ਸਮਾਂ ਆਊਗਾ, ਉਹ ਅਵਸਥਾ ਤੁਹਾਨੂੰ ਪੱਕੀ ਪ੍ਰਾਪਤ ਹੋ ਜੂ। ਮੁੜ ਕੇ ਆਉਣ ਜਾਣ ਵਾਲਾ ਖੇਡ ਹੈ ਨਾ, ਬੰਦ ਹੋ ਜੂ। ਉਹਨੂੰ ਤੁਰੀ ਅਵਸਥਾ ਤੋਂ ਵੀ ਅੱਗੇ ਕਹਿੰਦੇ ਆਪਾਂ ਅਤੁਰੀ ਅਵਸਥਾ ਕਹਿੰਦੇ ਆ। ਸਹਿਜ ਸਮਾਧੀ ਕਹਿੰਦੇ, ਬਾਣੀ ਚ ਲਿਖਿਆ ਸਾਧੂ ਸਹਿਜ ਸਮਾਧੀ ਬੜੀ, ਹੁਣ ਕੁਛ ਕਰਨ ਦੀ ਲੋੜ ਨਹੀਂ, ਤੁਸੀਂ ਉੱਥੇ ਬਹਿ ਚੁੱਕੇ ਜੋ। ਹੁਣ ਮਨ ਨਹੀਂ ਚੱਲਦਾ, ਸਾਹਮਣੇ ਭੋਗ ਹੈਗੇ ਆ, ਤੁਹਾਨੂੰ ਭੋਗ ਦਿਖਦੇ। ਕਮਲ ਦੇ ਫੁੱਲ ਵਰਗੀ ਅਵਸਥਾ ਬਣ ਗਈ, ਸੰਸਾਰ 'ਚ ਹੀ ਰਹਿੰਦੇ ਜੋ, ਪਰ ਹੁਣ ਸੰਸਾਰ ਦੇ ਵਿੱਚ ਤੁਹਾਡੀ ਕੋਈ ਅਟੈਚਮੈਂਟ ਨਹੀਂ ਹੈ। ਕਹਿਣ ਤੋਂ ਭਾਵ ਸਮ ਦ੍ਰਿਸ਼ਟੀ ਹੋ ਗਈ। ਹੁਣ ਆਪਣਾ ਬਗਾਨਾ ਨਹੀਂ ਰਹਿ ਗਿਆ। ਪਹਿਲਾਂ ਤਾਂ ਆਪਾਂ ਹੇਰਾ ਫੇਰੀ ਕਰਦੇ ਸਨ ਕਿ ਮੇਰੇ ਹੈਗੇ ਨੇ, ਇਹਨਾਂ ਨੂੰ ਵੱਧ ਹਿੱਸਾ ਦੇ ਦਿੱਤਾ ਜਾਵੇ, ਜਾਂ ਬਗਾਨੇ ਹੈਗੇ ਤੇ ਇਹਨਾਂ ਨੂੰ ਥੋੜਾ ਘੱਟ ਕਰ ਦਈਏ। ਸਮ ਦ੍ਰਿਸ਼ਟੀ ਨਹੀਂ ਸੀ, ਪਰ ਹੁਣ ਸਮ ਹੋ ਗਈ। ਹੁਣ ਇੱਕ ਹੋ ਗਏ ਨੇ। ਜਿੰਨਾ ਚਿਰ ਤੱਕ ਸਾਡੇ ਅੰਦਰ ਸਮ ਦ੍ਰਿਸ਼ਟੀ ਨਹੀਂ ਪੈਦਾ ਹੁੰਦੀ, ਉਹਨਾਂ ਚਿਰ ਤੱਕ ਬ੍ਰਹਮ ਦੇ ਨਾਲ ਇੱਕ ਹੋਣਾ ਬਹੁਤ ਔਖਾ ਹੈ। ਸਮ ਦ੍ਰਿਸ਼ਟੀ ਬਹੁਤ ਵੱਡੀ ਪ੍ਰਾਪਤੀ ਹੈ। ਹਾਂਜੀ, ਅੱਗੇ ਚੱਲ। ਹਾਂਜੀ, ਅਗਲੀ ਤੁਕ ਅਸੀਂ ਨੇ ਕਹੋ ਕਬੀਰ, ਜੋ ਨਾਮ ਸਮਾਨੇ ਸੁਣ ਰਿਹਾ ਲਿਵ ਸੋਈ। ਜਦੋਂ ਤੁਸੀਂ ਉਹਦੇ ਵਿੱਚ ਸਮਾ ਜਾਓਗੇ, ਫਿਰ ਤੁਹਾਨੂੰ ਜਿਹੜੀ ਤੁਸੀਂ ਉਹਨੇ ਗੱਲ ਕਰਕੇ ਡੋਲੀ ਸੀ ਕਿ ਫਿਰ ਉਹ ਜਿਹੜੀ ਤੁਹਾਡੀ ਜਿਹੜੀ ਲਿਵ ਹੈ, ਉਹ ਲੱਗੀ ਰਹੇਗੀ ਤੁਹਾਡੀ ਉਹਦੇ ਨਾਲ। ਸਹੀ ਹੈ ਜੀ। ਹਾਂਜੀ ਹਾਂਜੀ, ਕਹੇ ਕਬੀਰ ਜੋ ਨਾਮ ਸਮਾਨੇ ਰਹੇਗੀ। ਹਾਂਜੀ ਹਾਂ, ਹੁਣ ਜਿਹੜੀ ਕਹਿੰਦੇ ਆ ਕਿ ਅਫੁਰ ਅਵਸਥਾ ਵਾ, ਅਫੁਰ ਅਵਸਥਾ ਦੇ ਵਿੱਚ ਤੁਹਾਡਾ ਸੰਬੰਧ ਜੁੜ ਗਿਆ। ਹੁਣ ਕਹਿੰਦੇ ਕਹੇ ਕਬੀਰ ਜੋ ਨਾਮ ਸਮਾਨੇ, ਕਹਿੰਦੇ ਕਿ ਨਾਮ ਸਮਾਨਿਆਂ ਦਾ ਕੀ ਨਿਸ਼ਾਨੀ ਹੈ। ਜਿਹੜੇ ਰਾਮ ਦੇ ਵਿੱਚ ਸਮਾ ਚੁੱਕੇ ਨੇ, ਜਿਹੜੇ ਬ੍ਰਹਮ ਲੀਨ ਹੋ ਚੁੱਕੇ ਨੇ, ਉਹਨਾਂ ਦੀ ਕਿੱਦਾਂ ਪਛਾਣ ਕੀਤੀ ਜਾਵੇ ਕਿ ਇਹ ਬੰਦਾ ਬ੍ਰਹਮ ਲੀਨ ਹੋ ਗਿਆ। ਆਪਾਂ ਵੀ ਬ੍ਰਹਮ ਲੀਨ ਹੋਵਾਂਗੇ ਤੇ ਕੀ ਪਛਾਣ ਹੋਊਗੀ ਸਾਡੀ। ਤੇ ਉਹ ਕਹਿੰਦੇ ਆ ਸੁਣ ਰਹੇ ਲਿਵ ਲਾਏ। ਹੁਣ ਉਹਨਾਂ ਦੇ ਚਿੱਤ 'ਚ ਕੋਈ ਕੁਛ ਵੀ ਪ੍ਰਗਟ ਨਹੀਂ ਹੁੰਦਾ। ਤੁਸੀਂ ਚਾਹੋਗੇ ਨਾ ਤਾਂ ਵੀ ਨਹੀਂ ਕੁਛ ਪ੍ਰਗਟ ਹੋਣਾ। ਪ੍ਰਗਟ ਮਤਲਬ ਇਹ ਨਹੀਂ ਕਿ ਵਿਚਾਰ ਨਹੀਂ ਆਊਗਾ, ਵਿਚਾਰ ਆ ਵੀ ਗਿਆ ਤੇ ਟਿਕਣਾ ਨਹੀਂ ਉਹਨੇ। ਚਿੱਤ ਜਿਹੜਾ ਉਹ ਰਾਮਾਨੰਦ ਵਾਲੀ ਗੱਲ ਬਣ ਜਾਣੀ ਆ, ਮੇਰਾ ਚਿੱਤ ਨਾ ਚੱਲੇ ਮਨ ਭਇਓ ਅਪੰਗ। ਹੁਣ ਕੋਈ ਚੀਜ਼ ਏਦਾਂ ਦੀ ਨਹੀਂ ਜਿਹੜੀ, ਕੋਈ ਚਿੱਤਰ ਏਦਾਂ ਦਾ ਨਹੀਂ ਜਿਹੜਾ ਚਿਪਕੇ ਆ ਗਿਆ ਵਾ, ਲੰਘ ਜੂਗਾ, ਉਹਨੇ ਟਿਕਣਾ ਨਹੀਂ ਆ। ਹਾਂਜੀ, ਵਿਚਾਰ ਨੂੰ ਫੜ ਕੇ ਡੂੰਘਾ ਨਹੀਂ ਹੈ, ਡੂੰਘਾ ਉਤਰਦਾ ਨਹੀਂ। ਉਹ ਵਿਚਾਰ ਨੂੰ ਫੜ ਕੇ ਪਤਾ ਲੱਗ ਜਾਂਦਾ ਕਿ ਵੀ ਹੁਣ ਮੇਰੇ ਅੰਦਰ ਇਹ ਵਿਚਾਰ ਚੱਲ ਪਿਆ, ਮੈਂ ਕਿੱਧਰ ਨੂੰ ਤੁਰਿਆ ਜਾ ਰਿਹਾ। ਉਤੋਂ ਫਿਰ ਉਹ ਪਕੜਨ ਦੀ ਉਹਨੂੰ ਜਾਂਚ ਆ ਜਾਂਦੀ ਹੈ। ਹਾਂਜੀ, ਨਹੀਂ ਜਾਂਚ ਨਹੀਂ ਆਉਂਦੀ ਭਾਜੀ, ਉਹ ਆਪਣਾ ਉਹ ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਹਾਂਜੀ ਹਾਂਜੀ, ਨਹੀਂ ਪਤਾ ਵੀ ਨਹੀਂ ਲੱਗਣਾ। ਹਾਂਜੀ, ਕੁਛ ਵੀ ਨਹੀਂ ਲੱਗਣਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਪਤਾ ਲੱਗਣ ਵਾਲਾ ਵੀ ਤੇ ਅਲੱਗ ਚੀਜ਼ ਬਣ ਗਈ ਨਾ ਭਾਜੀ। ਵਿਚਾਰ ਦੀ ਗੱਲ ਕਰ ਰਿਹਾ ਮੈਂ। ਵਿਚਾਰ ਮਤਲਬ ਜਦੋਂ ਵਿਚਾਰ ਆਇਆ ਉਹਦੀ ਗੱਲ ਕਰ। ਨਹੀਂ ਪਤਾ। ਹਾਂਜੀ, ਨਹੀਂ ਵਿਚਾਰ ਵੀ ਆ ਕੇ ਵਿਚਾਰ ਆਉਣਾ ਹੀ ਨਹੀਂ ਆ, ਵਿਚਾਰ ਹੀ ਨਹੀਂ ਆਉਣਾ ਭਾਈ। ਠੀਕ ਹੈ ਵੀ, ਠੀਕ ਹੈ ਜੀ। ਨਿਰਵਿਚਾਰ ਹੀ ਹੋ ਜਾਣਾ ਸਾਰਾ। ਇੱਕ ਤੇ ਸਮਝੋ ਨਾ, ਇੱਕ ਚੀਜ਼ ਤੁਸੀਂ ਹਜੇ ਪਲੇ ਕਰ ਰਹੇ ਜੋ, ਕੋਈ ਚੀਜ਼ਾਂ ਆ ਰਹੀਆਂ ਨੇ, ਚਿੱਤ 'ਚ ਆ ਰਹੀਆਂ ਨੇ। ਜਦੋਂ ਚਿੱਤ 'ਚ ਚੀਜ਼ ਸ਼ਾਂਤ ਹੋ ਗਿਆ ਨਾ, ਤਾਂ ਫਿਰ ਕੁਛ ਨਹੀਂ ਜਾਉਣਾ। ਸੁਣ ਉਹਨਾਂ 'ਚ ਵੇਖੋ ਨਾ, ਸੁਣ ਨਾਲ ਤੇ ਲਿਖਿਆ ਉਹਨਾਂ ਨੇ, ਆ ਵੇਖੋ ਲੈਣ ਦੇ ਵਿੱਚ। ਨਹੀਂ ਵੀਰ ਜੀ, ਅਖੀਰੀ ਮਤਲਬ ਮੈਂ ਸ਼ੁਰੂਆਤ ਦੀ ਗੱਲ ਕਰਦਾ ਕਿ ਸ਼ੁਰੂਆਤ 'ਚ ਜਦੋਂ ਅਸੀਂ ਨਿਰਵਿਚਾਰ ਦੇ ਵਿੱਚ ਜਾਣ ਦੀ ਬੈਠਦੇ ਹਾਂ, ਜਿੱਦਾਂ ਸਿਮਰਨ ਕਰਨ ਲਈ, ਉਹਨੂੰ ਪਹਿਲੀਆਂ ਅਵਸਥਾਵਾਂ 'ਚ ਪਤਾ ਲੱਗਣ ਲੱਗ ਜਾਂਦਾ ਕਿ ਵੀ ਹੁਣ ਇਹ ਵਿਚਾਰ ਆ ਗਏ ਤੇ ਉਹਨੂੰ ਫੜਿਆ ਜਾਂਦਾ ਵੀ ਆਹ ਵਿਚਾਰ ਇਹ ਕਿਉਂ ਆ ਰਿਹਾ ਇੱਧਰ ਨੂੰ। ਇਹ ਮਤਲਬ ਜਿਵੇਂ ਕਹਿੰਦੇ ਕਿ ਉਹ ਮਤਲਬ ਵਿਚਾਰਾਂ ਨੂੰ ਦੀ ਪਕੜ ਜਾਣੇ ਸ਼ੁਰੂ ਹੋ ਜਾਂਦੇ ਹੌਲੀ ਹੌਲੀ। ਤਾਂ ਫਿਰ ਉਹ ਸੁਣਨ ਜਦੋਂ ਵਿੱਚ ਜਦੋਂ ਪਹੁੰਚ ਜਾਂਦੇ ਆਪਾਂ, ਫਿਰ ਤਾਂ ਵਿਚਾਰ ਮੰਡਲ ਕ੍ਰਾਸ ਹੋ ਗਿਆ ਨਾ ਜੀ। ਫਿਰ ਤਾਂ ਉਹ ਸੁਣਨ ਦੀ ਗੱਲ ਤੁਹਾਡੀ ਬਿਲਕੁਲ ਠੀਕ ਹੈ। ਉਹ ਤੁਹਾਨੂੰ ਅਸੀਂ ਫਿਰ ਉੱਥੇ ਪਹੁੰਚ ਜਾਂਦੇ ਹਾਂ ਉਸ ਮੰਡਲ ਦੇ ਅੰਦਰ, ਜਿਹੜਾ ਹੌਲੀ ਹੌਲੀ ਹੈ ਨਾ ਜੀ। ਹੈ ਤਾਂ ਲੰਬੀ ਗੇਮ ਹੈ। ਚਲੋ ਅਸੀਂ ਤਾਂ ਜੇ ਜਿਵੇਂ ਕਹਿੰਦੇ ਨੇ ਥੋੜਾ ਥੋੜਾ ਤੁਰਨਾ ਸ਼ੁਰੂ ਹੋਇਆ ਵੀਰ ਜੀ। ਪਰ ਇਹ ਵੀ ਉਹਦਾ ਜਿਹੜੇ ਰਸਤੇ ਤੇ ਇੰਨਾ ਆਨੰਦ ਹੈ, ਉਹ ਅੱਗੇ ਕੀ ਹੋਏਗਾ ਉਹ ਅਸੀਂ ਮਾਲਕ ਕਿਰਪਾ ਕਰੇ ਜੀ। ਤੁਹਾਡਾ ਆਸ਼ੀਰਵਾਦ ਰਵੇ ਜੀ ਸਾਰਿਆਂ ਤੇ।
नहीं नहीं कोई गल नहीं वीर जी, बस यो ही आ कि आशीर्वाद मेरा कहड़ा, मैं तो आप चल रहा। कहते कही कहो कबीर जो नाम समाने, हुण कई वीर जी कहते ने कि जो नाम समाने आ तुन रहे लिव लाए। हुण वो लिव लग गई है सुन दे विच, उत्थे विचार नहीं पैदा हो सकता। बहुत औखा, बहुत औखा, क्योंकि जिथे तुसीं चले गए जो ना उत्थे प्रकृति नहीं जा सकती। प्रकृति च की हिम्मत है ब्रह्म च चल जे। प्रकृति केवल एक प्रकृति दे विच रहन वाली चीज नहीं कंट्रोल कर सकती। जिहड़ा बंदे दी सुरत समान ब्रह्म च चल गई आ, जिहदी सुन दे विच लिव लग गई है ना, वो फिर उत्थों नहीं निकलदा, उन्हें बहुत औखा कटना। हाँ जी ठीक है जी, ठीक है ठीक है जी। हाँ जी, बस अज दी विचार इत्थे जी। हाँ ठीक है, बस आ संगत जी बस विचार करिया करो, जीवन च वेखो, अपनी दिशा नूं वेखो, तुसीं किधर जा रहे जो, तुसीं की कर रहे जो, और जो भी कर रहे जो तो ਉਹਦੇ ਪਿੱਛੇ ਮਕਸਦ ਕੀ ਹੈ, ਕੀ ਹੈ ਉਹਦੀ ਆਊਟਪੁੱਟ ਕੀ ਨਿਕਲਦੀ ਪਈ ਹੈ। ਤੇ ਬਸ ਜਦੋਂ ਤੁਸੀਂ ਆਪਣੇ ਜੀਵਨ ਨੂੰ ਥੋੜਾ ਬਹੁਤਾ ਧਿਆਨ ਦੇ ਨਾਲ ਦੇਖਿਆ, ਤੇ ਦੇਖਣ ਦਾ ਤਾਂ ਇੱਕੋ ਹੀ ਤਰੀਕਾ ਹੈਗਾ, ਰਾਤ ਨੂੰ ਸੌਣ ਤੋਂ ਪਹਿਲਾਂ 2-4 ਮਿੰਟ ਵੇਖੋ ਆਪਣੇ ਸਾਰੇ ਦਿਨ ਦੇ ਕੀਤੇ ਕਰਮਾਂ ਨੂੰ, ਫਿਰ ਵੇਖ ਲਓ ਉੱਥੇ ਜਾਇਜ਼ ਕੀ ਹੈ ਤੇ ਨਜਾਇਜ਼ ਕੀ ਹੈ, ਤੁਹਾਨੂੰ ਆਪੇ ਪਤਾ ਲੱਗ ਜਾਣਾ। ਤੇ ਬਸ ਕੱਲ ਫੇਰ ਦਿਨ ਮਿਲ ਜਾਣਾ, ਕੱਲ ਫੇਰ ਸ਼ੁਰੂ ਕਰੋ, ਸ਼ਾਮ ਨੂੰ 2 ਮਿੰਟ ਲਾ ਲਓ। ਤੁਸੀਂ ਵੀ ਮਹੀਨਾ 1.5 ਮਹੀਨਾ ਜਿੱਦਾਂ ਕੀਤਾ ਤਾਂ ਤੁਹਾਨੂੰ ਗਿਆਨ ਪ੍ਰਗਟ ਹੋ ਜਾਣਾ। ਕੋਈ ਔਖਾ ਕੰਮ ਨਾਲ ਭਗਤੀ ਕਰੀ ਜਾਓ, ਤੇ ਬਸ ਇਹੋ ਹੀ ਆ। ਜਿੱਥੇ ਗਲਤੀ ਕੱਲ ਹੋਈ ਉੱਥੇ ਅੱਜ ਨਾ ਕਰੋ, ਜਿੱਥੇ ਅੱਜ ਹੋਈ ਫਿਰ ਕੱਲ ਨਾ ਕਰੋ। ਜੇ ਹੌਲੀ ਹੌਲੀ ਕਰਕੇ ਕੁਦਰਤ ਨੇ ਆਪਣੇ ਆਪ ਹੀ ਤੁਹਾਡੀ ਮਦਦ ਕਰ ਦੇਣੀ ਹੈ, ਤੁਸੀਂ ਹੱਥ ਖੜਾ ਕਰ ਦਿੱਤਾ, ਇੰਨਾ ਹੀ ਕੰਮ ਹੈ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ ਜੀ। ਤੇ ਵੀਰ ਜੀ ਨਾਲੇ ਅੱਜ ਧੰਨਵਾਦ ਵੀ ਕਰਦੇ ਹੋ ਜੀ, ਸ਼ੁਕਰਾਨਾ ਆਪਾਂ ਸੰਗਤ ਚ ਅਰਦਾਸ ਕੀਤੀ ਸੀਗੀ ਉਹ ਕਾਲੇ ਕਾਨੂੰਨਾਂ ਵਾਸਤੇ ਜੀ। ਠੀਕ ਹੈ ਜੀ, ਜ਼ਰੂਰ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ, ਭੁੱਲਾਂ ਹੋ ਗਈਆਂ। ਮੇਰੇ ਪਿਤਾ ਮਿਹਰ ਕਰੋ, ਅੱਗੇ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ। ਮੇਰੇ ਪਿਤਾ ਆਈ ਸੰਗਤ ਦੇ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਦਿਨ ਰੋਗਤਾ ਬਖਸ਼ਣੀ, ਸਹਿਨਸ਼ੀਲਤਾ ਬਖਸ਼ਣੀ, ਨਾਮਦਾਨ ਬਖਸ਼ਣਾ। ਮੇਰੇ ਮਾਲਿਕ ਮਿਹਰ ਕਰੋ। ਮੇਰੇ ਪਿਤਾ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹਾਂ, ਜੋ ਆਪ ਜੀ ਨੇ ਮਿਹਰ ਕੀਤੀ ਹੈ, ਉਹ ਚੀਜ਼ ਜੋ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਸੀ ਉਸ ਨੂੰ ਖਤਮ ਕਰ ਦਿੱਤਾ। ਅਸੀਂ ਆਪ ਜੀ ਦੇ ਕੋਟਨ ਧੰਨਵਾਦੀ ਹਾਂ ਮੇਰੇ ਮਾਲਿਕ। ਮੇਰੇ ਪਿਤਾ ਇੱਕ ਭੈਣ ਦੀ ਅਰਦਾਸ ਆਈ ਹੈ, ਉਹਨਾਂ ਦਾ BP ਲੋ ਹੋ ਜਾਂਦਾ ਹੈ, ਆਪ ਮਿਹਰ ਕਰੋ, ਉਹਨਾਂ ਨੂੰ ਤੰਦਰੁਸਤੀ ਬਖਸ਼ੋ। ਮੇਰੇ ਪਿਤਾ ਇਸ ਸਭ ਗੁਣ ਤੋਂ, ਇਸ ਰੋਗ ਤੋਂ ਮੁਕਤ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਹੁਣ ਸੰਗਤ ਦੀ ਚੁੱਪ ਹੋਇਓ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ